ਖਾਲਸੇ ਦੇ ਸਿਰਜਣਾ ਦਿਵਸ 'ਤੇ ਪ੍ਰੋਫੈਸਰ ਕਸ਼ਮੀਰਾ ਸਿੰਘ ਹੋਰਾਂ ਨੇ ਜਿਹੜਾ ਇੱਕ ਥੀਸਿਸ ਰੱਖਿਆ ਸੀ ਕਿ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਇੱਕ ਬਹੁਤ ਸ਼ਕਤੀਸ਼ਾਲੀ ਧਾਰਮਿਕ ਲੀਡਰ ਸਨ ਜਿਨ੍ਹਾਂ ਨੇ ਉਸ ਵੇਲੇ ਦੇ ਲੋਕਾਂ ਦੀ ਕਾਇਆ ਕਲਪ ਕਰ ਦਿੱਤੀ ਅਤੇ ਖਾਲਸੇ ਦੀ ਸਿਰਜਣਾ ਤੋਂ ਪਿੱਛੋਂ ਹੱਕ ਅਤੇ ਸੱਚ ਦੀ ਲੜਾਈ ਉਹਨਾਂ ਅੱਗੇ ਲੈ ਕੇ ਗਏ, ਤਾਂ ਉੱਥੇ ਨਾਲ ਹੀ ਉਹਨਾਂ ਨੇ ਇਹ ਦੱਸਿਆ ਕਿ ਉਹ ਕਿਸਾਨਾਂ ਦੇ ਵੀ ਇੱਕ ਬਹੁਤ ਵੱਡੇ ਲੀਡਰ ਸਨ ਜਿਨ੍ਹਾਂ ਨੇ ਮਜ਼ਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਉਸ ਜ਼ਮਾਨੇ ਦੇ ਵਿੱਚ ਫਿਊਡਲਿਜ਼ਮ ਨੂੰ ਕਰੜੀ ਸੱਟ ਮਾਰਨ ਵਾਲੇ 10ਵੇਂ ਪਾਤਸ਼ਾਹ ਨੇ ਇੱਕ ਸਿਧਾਂਤ ਦਿੱਤਾ ਕਿ ਜਿਹੜੇ ਹਲ ਵਾਹਕ ਨੇ ਉਹੀ ਇਸ ਦੇ ਮਾਲਕ ਹੋਣਗੇ। ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਿਆਰ ਕਰਕੇ ਪੰਜਾਬ ਦੇ ਵਿੱਚ ਭੇਜਿਆ ਅਤੇ ਉਸ ਤੋਂ ਬਾਅਦ ਜਿਹੜਾ ਜਗੀਰਦਾਰੀ ਢਾਂਚਾ ਹੈ ਉਸ ਨੂੰ ਖੇਰੂ ਕਰਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਕੀ ਭੂਮਿਕਾ ਹੈ ਔਰ ਉਸ ਦੇ ਪਿੱਛੇ ਜਿਹੜੀ ਫਿਲਾਸਫੀ ਜਿਹੜੀ ਸ਼ਕਤੀ ਕੰਮ ਕਰ ਰਹੀ ਸੀ ਉਹ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਸੀ। ਪ੍ਰੋਫੈਸਰ ਸਾਹਿਬ ਸਾਡੇ ਸਟੂਡੀਓ ਦੇ ਵਿੱਚ ਨੇ, ਜੀ ਆਇਆਂ ਨੂੰ ਜੀ। ਥੈਂਕ ਯੂ ਜੀ। ਸਿੰਘ ਸਾਹਿਬ ਦੇਖੋ, ਇਹ ਸੈਕੰਡ ਪਾਰਟ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਦੋ ਜਿਹੜੀਆਂ ਗੱਲਾਂ ਮੈਂ ਜੇ ਆਪਾਂ ਕਰ ਲਈਏ ਤਾਂ ਫਿਰ ਇਹ ਸਾਰੀ ਚੀਜ਼ ਨੂੰ ਸਮਝਣਾ ਥੋੜ੍ਹਾ ਜਿਹਾ ਸੌਖਾ ਹੋ ਜਾਊਗਾ। ਇੱਕ ਤਾਂ ਪਹਿਲਾਂ ਆਪਾਂ ਇਹ ਸਮਝ ਲਈਏ ਜੀ ਵੀ ਜਿਹੜੀ ਹਿਸਟਰੀ ਆ, ਕਿਉਂਕਿ ਆਪਾਂ ਹਰ ਗੱਲ ਹਿਸਟਰੀ ਦੇ ਐਂਗਲ ਤੋਂ ਦੇਖਦੇ ਹਾਂ। ਹਿਸਟਰੀ ਹੈ ਕੀ? ਹਿਸਟਰੀ ਆਮ ਬੰਦੇ ਦੇ ਲਈ ਹੈ। ਹਿਸਟਰੀ ਇਹ ਆ ਵੀ ਇਨਸਾਨ ਦੀ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਜਿਹੜੀ ਜੱਦੋ-ਜਹਿਦ ਆ ਉਹਦੀ ਕਹਾਣੀ ਹੈ। ਆਮ ਬੰਦੇ ਦੀ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਜੱਦੋ-ਜਹਿਦ ਦੀ ਇੱਕ ਕਹਾਣੀ ਹੈ ਜਿਹੜੀ ਹੈਗੀ। ਔਰ ਹੁਣ ਜਿਹੜੇ ਰੂਲਰ ਹੈ ਉਹ ਕਹਾਣੀ ਸਾਰੇ ਉਹ 'ਚ ਹਿੱਸਾ ਪਾਉਂਦੇ ਆ। ਤੁਸੀਂ ਪਾਉਂਦੇ ਆ, ਮੈਂ ਵੀ ਪਾਉਂਦਾ ਆ, ਸਾਰਿਆਂ ਨੇ ਉਹਦੇ 'ਤੇ ਹੁਣ ਤੱਕ ਜਿਹੜਾ ਅਸੀਂ ਇੱਥੇ ਤੱਕ ਆਏ ਹਾਂ ਸਾਰਿਆਂ ਦਾ ਰੋਲ ਹੈ ਉਹਦੇ ਵਿੱਚ। ਹੁਣ ਜਿਹੜਾ ਰੂਲਰ ਆ ਜਿਹਨੂੰ ਆਪਾਂ ਹਾਕਮ ਕਹਿੰਦੇ ਹਾਂ ਜੀ, ਉਹ ਜਿਸ ਵੇਲੇ ਰੂਲ ਕਰਦਾ ਉਹਦਾ ਮਕਸਦ ਕੀ ਹੁੰਦਾ ਜੀ? ਹਾਕਮ ਦਾ ਜਿਹਦੇ ਕੋਲ ਪਾਵਰ ਆ ਉਹਦਾ ਮਕਸਦ ਹੁੰਦਾ ਵੀ ਪਾਵਰ ਹਥਿਆਉਣੀ ਅਤੇ ਪਾਵਰ ਕਾਇਮ ਰੱਖਣੀ। ਔਰ ਉਹ ਪਾਵਰ ਕਾਇਮ ਰੱਖਣ ਦੇ ਲਈ ਜਿਹੜਾ ਹੈਗਾ ਆ ਉਹ ਫਿਰ ਜਿਹੜਾ ਲੋਕ ਭਲਾਈ ਜਾਂ ਦੂਜੇ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਸਿਰਫ ਪਾਵਰ ਨੂੰ ਕਾਇਮ ਰੱਖਣ ਦੇ ਲਈ ਆ। ਅਦਰਵਾਈਜ਼ ਮੁੱਖ ਪਰਪਸ ਉਹਨਾਂ ਦਾ ਇਹ ਨਹੀਂ ਹੁੰਦਾ ਹੈ ਵੀ ਕਿਸੇ ਦਾ ਫਾਇਦਾ ਕੀ ਕਰਨਾ ਜਾਂ ਨਹੀਂ ਕਰਨਾ। ਹੁੰਦਾ ਇਹ ਆ ਵੀ ਮੈਂ ਪਾਵਰ 'ਚ ਕਿੱਦਾਂ ਰਹਿ ਸਕਦਾ। ਪਾਵਰ ਵਿੱਚ ਰਹਿਣ ਦੇ ਲਈ ਉਹ ਫਿਰ ਧਰਮ ਨੂੰ ਵੀ ਯੂਜ਼ ਕਰੂਗਾ, ਪਾਵਰ ਵਿੱਚ ਰਹਿਣ ਦੇ ਲਈ ਉਹ ਦੇਸ਼ ਭਗਤੀ ਨੂੰ ਵੀ ਯੂਜ਼ ਕਰੂਗਾ, ਕਾਸਟ ਨੂੰ ਵੀ ਕਰੂਗਾ, ਸਭ ਕੁਝ ਨੂੰ ਕਰੂਗਾ ਯੂਜ਼ ਜਿਹੜਾ ਹੈਗਾ। ਹੁਣ ਜੇ ਆਪਾਂ ਇਸ ਐਂਗਲ ਤੋਂ ਦੇਖੀਏ ਤਾਂ ਇਹ ਜਿਹੜੀ ਸਾਰੀ ਲੜਾਈ ਸੀਗੀ, ਤੁਸੀਂ ਦੇਖੋ ਸਾਨੂੰ ਕੀ ਦੱਸਿਆ ਜਾਂਦਾ? ਸਾਨੂੰ ਇਹ ਦੱਸਿਆ ਜਾਂਦਾ ਜੀ ਵੀ ਤਾਂ ਹਿੰਦੂ ਮੁਸਲਮਾਨਾਂ ਦੀ ਲੜਾਈ ਆ, ਇਹ ਤਾਂ ਜੇ ਧਰਮ ਦੀ ਲੜਾਈ ਆ, ਇਹ ਦੂਜੇ ਦੀ ਲੜਾਈ ਆ। ਪਰ ਇੱਦਾਂ ਹੈ ਨਹੀਂ ਹੈ। ਜੇ ਅਸੀਂ ਉਸ ਟਾਈਮ ਦੀ ਵੀ ਹਿਸਟਰੀ ਦੇਖੀਏ, ਹਿੰਦੂ ਨਾਲ ਲੜਦਾ ਜੀ, ਮੁਸਲਮਾਨ ਨਾਲ ਲੜਦਾ, ਜਾ ਕੇ ਸਾਰੇ ਆਪਣੇ ਇੱਕ ਦੇਸ਼ ਦੂਜੇ ਦੇਸ਼ ਨਾਲ ਲੜਦਾ ਹੈਗਾ। ਦੇਸ਼ ਭਗਤੀ ਦੀਆਂ ਕਾਹਦੇ ਆਪਣੇ ਔਰੰਗਜ਼ੇਬ ਨੇ ਆਪਣਾ ਰਾਜ ਕਾਇਮ ਕਰਨ ਲਈ ਆਪਣੇ ਭਾਈ ਭਤੀਜੇ ਉਹਨੇ ਕਤਲ ਕਰ ਦਿੱਤੇ। ਫਿਰ ਤੁਸੀਂ ਇਹ ਦੇਖੋ ਜੀ, ਦੇਸ਼ ਭਗਤੀ ਦੀ ਵੀ ਕੀ ਗੱਲ ਹੈਗੀ? ਆਪਣੇ ਦੇਸ਼ ਦੇ ਬੰਦਿਆਂ ਨੂੰ ਮਾਰਦੇ ਆ, ਉਹ ਕਹੀ ਜਾਂਦੇ ਆ ਦੇਸ਼ ਭਗਤੀ ਦੇ। ਇਹ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਇਹ ਇਸੇ ਗੱਲ ਕਰਕੇ ਵੀ ਮੈਂ ਪਾਵਰ 'ਚ ਕਿੱਦਾਂ ਰਹਿ ਸਕਾਂ। ਸੋ ਹੁਣ ਆਪਾਂ ਇਸ ਸੰਦਰਭ ਦੇ ਵਿੱਚ ਇਹ ਗੱਲ ਦੇਖਣੀ ਆ ਜੀ ਵੀ ਪਾਵਰ ਦੇ ਵਿੱਚ ਜਿਹੜੇ ਹੈ ਉਹ ਰਹਿਣ ਦੇ ਲਈ ਕੀ ਕੁਛ ਕਰਦੇ ਆ। ਔਰ ਜਿਸ ਵੇਲੇ ਪਾਵਰ ਹੱਥੋਂ ਜਾਂਦੀ ਆ ਤਾਂ ਫਿਰ ਕਿੱਦਾਂ, ਚਾਹੇ ਧਰਮ ਦਾ ਨਾਅਰਾ ਲਾਉਂਦੇ ਆ, ਚਾਹੇ ਦੇਸ਼ ਦਾ ਲਾਉਂਦਾ ਹੈ, ਚਾਹੇ ਕੁਛ ਕਰ। ਇਹ ਤਾਂ ਹੁਣ ਇੱਥੇ ਤੱਕ ਹੋ ਗਿਆ ਜੀ। ਪਾਵਰ ਤੋਂ ਭਾਵ ਆ ਸਿਆਸੀ ਪਾਵਰ। ਹਾਕਮ ਹੈ ਉਸ ਵੇਲੇ ਦਾ, ਜਿਹੜਾ ਉਸ ਵੇਲੇ ਦੇ ਹਾਕਮ ਜਿਹੜੇ ਹੈਗੇ ਆ ਮੁਗਲ ਆ, ਜਿਹੜਾ ਪੀਰੀਅਡ ਆਪਾਂ ਹੁਣ ਲੈਣਾ ਜਾ ਕੇ। ਅਤੇ ਉਹਦੇ ਵਿੱਚ ਉਰਦੂ ਦਾ ਲਫ਼ਜ਼ ਹੈਗਾ ਮਹਿਕੂਮ ਹੁੰਦਾ ਮਾਸਟਰ, ਹਾਕਮ ਹੁੰਦਾ ਰਾਜ ਕਰਨ ਵਾਲਾ, ਮਹਿਕੂਮ ਹੁੰਦਾ ਜਿਹਦੇ ਉੱਤੇ ਹਕੂਮਤ ਕੀਤੀ ਜਾਂਦੀ, ਪਰਜਾ ਜਿਹੜੀ ਹੈਗੀ। ਹੁਣ ਜਿਹੜੀ ਪਰਜਾ ਉਸ ਵੇਲੇ ਇੱਦਾਂ ਦੀ ਆ ਜਿੱਦਾਂ ਹੈਗੀ ਆ ਵੀ ਮੈਜੋਰਿਟੀ ਜਿਹੜੀ ਹੈਗੀ ਆ ਉਹ ਹੈਗੇ ਆ ਮਜ਼ਾਰੇ, ਥੋੜ੍ਹੀ ਗਿਣਤੀ ਹੈਗੀ ਆ ਜਗੀਰਦਾਰ, ਤਾਲੁਕਦਾਰ, ਜ਼ਿਮੀਂਦਾਰ। 3 ਕੈਟੇਗਰੀਆਂ ਹੈ। ਜਗੀਰਦਾਰ ਹੈ ਜਿਹਨਾਂ ਨੂੰ ਜਗੀਰਾਂ ਦਿੱਤੀਆਂ ਜਾਂਦੀਆਂ ਔਰ ਉਹ ਜਗੀਰਾਂ ਦੇ ਬਦਲੇ ਵਿੱਚ ਆਪਣੇ ਮਜ਼ਾਰੇ ਰੱਖਦੇ ਆ। ਤਾਲੁਕਦਾਰ ਜੇ ਆ ਉਹ ਵੀ ਵੱਡੇ ਜ਼ਿਮੀਂਦਾਰ ਆ, ਉਹ ਟੈਕਸ ਇਕੱਠਾ ਕਰਦੇ ਆ ਗੌਰਮੈਂਟ ਦੇ ਲਈ। ਟੈਕਸ ਇਕੱਠਾ ਕਰਕੇ ਗੌਰਮੈਂਟ ਨੂੰ ਉਹ ਟੈਕਸ ਦਿੰਦੇ ਆ ਜਾ ਕੇ, ਪਰ ਉਹ ਆਪ ਵੀ ਬੜੇ ਪਿੰਡਾਂ ਦੇ ਮਾਲਕ ਆ। ਜ਼ਿਮੀਂਦਾਰ ਉਹ ਹੈਗੇ ਆ ਜਿਹਨੇ ਆਪ ਜ਼ਮੀਨਾਂ ਖਰੀਦੀਆਂ, ਪੈਸੇ ਦੇ ਜ਼ੋਰ ਨਾਲ ਜ਼ਿਮੀਂਦਾਰ ਬਹੁਤ ਬੜੀਆਂ ਜ਼ਮੀਨਾਂ ਖਰੀਦ ਲਈਆਂ, ਉਹਨਾਂ ਦੇ ਵੀ ਮਜ਼ਾਰੇ ਆ। ਸੋ ਮਜ਼ਾਰੇ ਜਿਹੜੇ ਆ ਸਾਰਿਆਂ ਦੇ ਇਕੱਠੇ ਆ। ਹੁਣ ਜਿਸ ਵੇਲੇ ਬੰਦੇ ਬਹਾਦਰ ਨੂੰ ਗੁਰੂ ਸਾਹਿਬ ਪੰਜਾਬ ਦੇ ਵਿੱਚ ਭੇਜਦੇ ਆ ਵੀ ਜਾ ਕੇ ਮੁੱਖ ਕੰਮ ਕੀ ਆ, ਇਸ ਸਿਸਟਮ ਨੂੰ ਖਤਮ ਕਰਨਾ। ਮੁਜ਼ਾਰਿਆਂ ਨੂੰ ਪ੍ਰੋਫੈਸਰ ਡਿਫਾਈਨ ਕਰਨਾ ਚਾਹੀਦਾ। ਮੁਜ਼ਾਰਾ ਉਹ ਵਿਅਕਤੀ ਆ ਜਿਹਦੀ ਆਪਣੀ ਕੋਈ ਜ਼ਮੀਨ ਨਹੀਂ, ਉਹ ਜ਼ਮੀਨ ਦੇ ਮਾਲਕ ਜਿਹੜਾ ਰਿਸੋਰਸਿਸ ਦਾ ਮਾਲਕ ਆ ਉਹਦੇ ਲਈ ਕੰਮ ਕਰਦਾ। ਬਿਲਕੁਲ। ਔਰ ਜਿਹੜਾ ਮਾਲਕ ਆ ਉਹਨੂੰ ਐਕਸਪਲੋਇਟ ਕਰਦਾ, ਉਹਦੀ ਲੇਬਰ ਵਰਤਦਾ, ਉਹਦੇ ਜਿਸਮ ਨੂੰ ਵਰਤਦਾ, ਉਹ ਤੋਂ ਵੱਧ ਕੰਮ ਕਰਵਾ ਕੇ ਘੱਟ ਤੋਂ ਘੱਟ ਉਜਰਤ ਦਿੰਦਾ।
ਉਹ ਮਜ਼ਾਰਾ। ਬਿਲਕੁਲ ਤੁਸੀਂ ਸਹੀ ਕੀਤਾ ਜਾ ਕੇ। ਸੋ ਮਜ਼ਾਰਾ ਆ, ਮਜ਼ਾਰੇ ਦੀ ਆਪਣੀ ਕੋਈ ਮਲਕੀਅਤ ਨਹੀਂ ਹੈ, ਉਹ ਤਾਂ ਉਹਦੇ 'ਤੇ ਕੰਮ ਕਰਦਾ। ਹੁਣ ਜਿਸ ਵੇਲੇ ਗੁਰੂ ਸਾਹਿਬ ਨੇ ਆਪਣੇ ਬੰਦੇ ਬਹਾਦਰ ਨੂੰ ਉੱਥੇ ਭੇਜਿਆ ਜਾ ਕੇ ਵੀ ਇਹ ਜਿਹੜੇ ਹੈਗੇ ਜ਼ਮੀਨੀ ਸੁਧਾਰ ਕਰਨੇ ਆ ਪੰਜਾਬ ਦੇ ਵਿੱਚ ਜਾ ਕੇ, ਇੱਕ ਗੱਲ ਮੈਂ ਇੱਥੇ ਕਲੀਅਰ ਕਰਦੇ ਹਾਂ ਥੋੜ੍ਹੀ ਜਿਹੀ ਜਾ ਕੇ, ਵੀ ਉਹ ਥੋੜ੍ਹੀ ਜਿਹੀ ਸ਼ਾਇਦ ਜਿਹੜੀ ਟਰਡੀਸ਼ਨਲ ਗੱਲਬਾਤ ਆ ਉਹਦੇ ਨਾਲ ਇਹ ਮੇਲ ਨਾ ਖਾਂਦੀ ਹੋਵੇ। ਗੁਰੂ ਸਾਹਿਬ ਨੇ ਬੰਦੇ ਨੂੰ ਪੰਜਾਬ ਦੇ ਵਿੱਚ ਸਰਬੱਤ ਦੇ ਭਲੇ ਲਈ ਨਹੀਂ ਭੇਜਿਆ। ਅੱਛਾ, ਜਿਹੜਾ ਬੜਾ ਕਨਸੈਪਟ ਇਹ ਕਿਹਾ ਜਾਂਦਾ ਜੀ ਸਿੱਖੀ ਦਾ ਬੜਾ ਅਸੂਲ ਹੈ ਸਰਬੱਤ ਦਾ ਭਲਾ, ਸਰਬੱਤ ਦਾ ਜੋ ਦੇਖੋ, ਜੋ ਮੈਂ ਸਿੱਖ ਹਿਸਟਰੀ ਨੂੰ ਪੜ੍ਹਿਆ ਜਾਂ ਪੜ੍ਹਾਇਆ ਉਹਦੇ ਵਿੱਚ ਸਰਬੱਤ ਦੇ ਭਲੇ ਵਾਲੀ ਗੱਲ ਨਹੀਂ ਹੈ। ਉਹਦੇ ਵਿੱਚ ਜਿਹੜਾ ਆਪਾਂ ਕਹਿੰਦੇ ਹੈਗੇ ਆ ਦੁਸ਼ਟ ਦੇ ਭਲੇ ਦੀ ਗੱਲ ਨਹੀਂ ਹੈ, ਦੁਸ਼ਟ ਦੇ ਦਮਨ ਦੀ ਗੱਲ ਆ, ਜ਼ਾਲਮ ਦੇ ਭਲੇ ਦੀ ਗੱਲ ਨਹੀਂ ਹੈ, ਜ਼ਾਲਮ ਨੂੰ ਤਬਾਹੀ ਦੀ ਉਹਦੀ ਗੱਲ ਹੈਗੀ ਆ, ਦਬੇ ਕੁਚਲੇ ਲੋਕਾਂ ਦੀ ਭਲਾਈ ਲਈ, ਉਹਨਾਂ ਦੀ ਭਲਾਈ ਦੀ ਗੱਲ ਆ। ਸੋ ਇੱਥੇ ਆਪਾਂ ਨੂੰ ਕਨਫਿਊਜ਼ ਨਹੀਂ ਹੋਣਾ ਚਾਹੀਦਾ ਵੀ ਬੰਦਾ ਸ਼ਾਇਦ ਸਰਬੱਤ ਦੇ ਭਲੇ ਲਈ ਪੰਜਾਬ 'ਚ ਆਇਆ ਸੀ। ਸਰਬੱਤ ਦੇ ਭਲੇ ਲਈ ਗੁਰੂ ਸਾਹਿਬ ਨੇ ਨਹੀਂ ਉਹਨੂੰ ਭੇਜਿਆ। ਉਹਨਾਂ ਨੇ ਇੱਕ ਕਲਾਸ ਜਿਹੜੀ ਦਬੀ ਕੁਚਲੀ, ਜਿਹੜੀ ਜਿਹਦੇ 'ਤੇ ਜ਼ੁਲਮ ਹੋ ਰਿਹਾ ਸੀ, ਜਿਸ ਕਲਾਸ ਨੂੰ, ਉਹਦੀ ਲਿਬਰੇਟ ਕਰਾਉਣ ਦੇ ਲਈ, ਉਹਨੂੰ ਛੁਟਕਾਰਾ ਪਹੁੰਚਾਉਣ ਦੇ ਲਈ ਉਹਨੂੰ ਭੇਜਿਆ ਗਿਆ। ਕਿਉਂਕਿ ਉਸ ਵੇਲੇ ਮਜ਼ਾਰੇ ਜਿਹੜੇ ਸੀ ਉਹ ਬਹੁਤ ਨਿਤਾਣੇ ਹੋ ਚੁੱਕੇ ਸੀ। ਥਿੰਦ ਸਾਹਿਬ ਪਹਿਲਾਂ ਮੈਂ ਦੱਸ ਦਿਆਂ, ਇਹ ਜਿਹੜੀ ਹੈ ਸਿੱਖੀਜ਼ਮ ਜਿਹੜੇ ਆ ਇਹ ਵੈਰੀ ਕਲੀਅਰ ਹੈ ਇਸ ਗੱਲ ਬਾਰੇ ਵੀ ਦੁਸ਼ਟਾਂ ਦਾ ਸਾਥ ਨਹੀਂ ਦੇਣਾ, ਦੁਸ਼ਟਾਂ ਦਾ ਭਲਾ ਨਹੀਂ ਮੰਨਣਾ ਹੈਗਾ, ਉਹਨਾਂ ਦਾ ਦਮਨ ਕਰਨਾ ਹੈਗਾ, ਜ਼ਾਲਮ ਦਾ ਭਲਾ ਨਹੀਂ ਮੰਗਣਾ ਹੈਗਾ, ਜ਼ਾਲਮ ਦਾ ਨਾਸ਼ ਕਰਨਾ ਹੈਗਾ। ਉਸ ਵੇਲੇ ਜਗੀਰਦਾਰ ਜਿਹੜੇ ਸੀ ਉਹ ਦੁਸ਼ਟਾਂ ਦੀ ਕੈਟਾਗਰੀ 'ਚ, ਉਹ ਦੁਸ਼ਟਾਂ ਦੀ ਕੈਟਾਗਰੀ ਵਿੱਚ ਆਉਂਦੇ ਸੀ। ਦੇਖੋ ਜੇ ਉਹਦਾ ਦੇਖਿਆ ਜਾਵੇ ਥਿੰਦ ਸਾਹਿਬ, ਜਿਹੜੀ ਸਿੱਖ ਮੂਵਮੈਂਟ ਆ, ਸਿੱਖ ਮੂਵਮੈਂਟ ਨੂੰ ਹਿਸਟੋਰੀਕਲ ਪੱਖ ਤੋਂ ਜੇ ਆਪਾਂ ਦੇਖੀਏ ਤਾਂ ਇਹ ਗੁਰੂ ਨਾਨਕ ਸਾਹਿਬ ਨਹੀਂ ਕਲੀਅਰ ਕਰ ਦਿੱਤਾ ਸੀ ਵੀ ਇਹ ਮੂਵਮੈਂਟ ਕਿੱਧਰ ਨੂੰ ਜਾਣੀ ਆ। ਇਸ ਮੂਵਮੈਂਟ ਨੇ ਭਾਈ ਲਾਲੋ ਦਾ ਸਾਥ ਦੇਣਾ ਕਿ ਮਲਕ ਭਾਗੋ ਦਾ ਸਾਥ ਦੇਣਾ, ਠੀਕ ਹੈ ਨਾ। ਉੱਥੋਂ ਪਤਾ ਲੱਗ ਗਿਆ ਸੀ ਵੀ ਕਿੱਧਰ ਨੂੰ ਤੁਰਨੀ ਹੈ, ਫਿਰ ਉੱਧਰ ਨੂੰ ਹੀ ਗਈ ਮੂਵਮੈਂਟ ਤੇ ਸਾਰੀ। ਇਹਨੀ ਕਦੇ ਵੀ ਜ਼ਾਲਮਾਂ ਦਾ ਸਾਥ ਨਹੀਂ ਦਿੱਤਾ, ਇਹਨੇ ਕਦੇ ਵੀ ਦੁਸ਼ਟਾਂ ਦਾ ਸਾਥ ਨਹੀਂ ਦਿੱਤਾ, ਇਹਨੇ ਕਦੇ ਵੀ ਐਕਸਪਲੋਇਟਰ ਦਾ ਸਾਥ ਨਹੀਂ ਦਿੱਤਾ ਜਾ ਕੇ। ਇਹਨੇ ਸਦਾ ਦਬੀ ਕੁਚਲੀ ਕਲਾਸ ਦਾ ਸਾਥ ਦਿੱਤਾ, ਉੱਪਰਲੀ ਕਲਾਸ ਦਾ ਸਾਥ ਨਹੀਂ ਦਿੱਤਾ। ਇਸ ਕਰਕੇ ਇਸ ਗੱਲ ਬਾਰੇ ਆਪਾਂ ਪਹਿਲਾਂ ਕਲੀਅਰ ਹੋ ਗਏ ਵੀ ਬੰਦੇ ਨੂੰ ਜਿਹੜਾ ਹੈਗਾ ਪੰਜਾਬ ਦੇ ਵਿੱਚ ਸਰਬੱਤ ਦੇ ਭਲੇ ਲਈ ਅਸੀਂ ਭੇਜਿਆ ਗਿਆ। ਗੁਰੂ ਸਾਹਿਬ ਨੇ ਜਿਹੜੇ ਮਸੰਦ ਸੀ ਉਹਨਾਂ ਨੂੰ ਤਾਂ ਉਬਲਦੇ ਕੜਾਹਿਆਂ 'ਚ ਪਾ ਦਿੱਤਾ। ਸਰਬੱਤ ਦਾ ਭਲੇ ਦਾ ਮਤਲਬ ਇਹ ਨਹੀਂ ਕਿ ਉਹ ਸਾਰਿਆਂ ਦਾ ਹੀ ਜ਼ੁਲਮ ਕਰਨ ਵਾਲੇ ਲੋਕਾਂ ਦਾ ਵੀ ਭਲਾ ਚਾਹੁੰਦੇ ਨੇ, ਸਗੋਂ ਸਰਬੱਤ ਦੇ ਭਲੇ ਦੇ ਵਿੱਚ ਉਹਨਾਂ ਸਾਰੇ ਲੋਕਾਂ ਦਾ ਭਲਾ ਚਾਹੁੰਦੇ ਨੇ ਜਿਹੜੇ ਨਿਤਾਣੇ ਨੇ, ਕਮਜ਼ੋਰ ਨੇ, ਲੁੱਟ ਹੋ ਰਹੇ ਨੇ, ਉਹਨਾਂ ਦੀ ਐਕਸਪਲੋਇਟੇਸ਼ਨ ਹੋ ਰਹੀ ਹੈ, ਗਰੀਬ ਨੇ, ਉਹਨਾਂ ਦਾ ਭਲਾ ਚਾਹੁੰਦੇ ਨੇ। ਉਹਨਾਂ ਸਭ ਦਾ ਸਰਬੱਤ ਦੇ ਭਲੇ ਦੀ ਡੈਫੀਨੇਸ਼ਨ ਪ੍ਰੋਫੈਸਰ ਸਾਹਿਬ ਨੇ ਇਹ ਦਿੱਤੀ ਆ। ਮੈਂ ਕੋਈ ਗੁਲਾਮੀ ਤਾਂ ਨਹੀਂ ਕੀਤੀ ਇਹਦੇ 'ਚ। ਤੁਸੀਂ ਬਿਲਕੁਲ ਸਹੀ ਕਿਹਾ ਕਿ ਜੋ ਮੈਂ ਹਿਸਟਰੀ ਪੜ੍ਹੀ ਜਾਂ ਪੜ੍ਹਾਈ ਆ ਸਿੱਖ ਹਿਸਟਰੀ, ਉਹ ਤਾਂ ਇਹੀ ਹੈ ਜੀ ਵੀ ਸਾਥ ਦੇਣਾ ਜਿਹੜਾ ਹੈਗਾ ਮਹਿਕੂਮ ਦਾ ਦੇਣਾ, ਜਿਹੜਾ ਮਜ਼ਲੂਮ ਹੈ ਉਹਦਾ ਸਾਥ ਦੇਣਾ, ਜ਼ਾਲਮ ਦਾ ਸਾਥ ਨਹੀਂ ਦੇਣਾ, ਦੁਸ਼ਟ ਦਾ ਦਮਨ ਕਰਨਾ, ਦੂਜੇ ਦੀ ਸਹਾਇਤਾ ਕਰਨੀ ਹੈ। ਸਰਬੱਤ ਦੇ ਭਲੇ ਨੂੰ ਮੇਰੇ ਹਿਸਾਬ ਦੇ ਨਾਲ ਭਲਾ ਉਹਨਾਂ ਦਾ ਹੀ ਆ ਜਿਨ੍ਹਾਂ ਉੱਤੇ ਜ਼ੁਲਮ ਹੋ ਰਿਹਾ, ਜ਼ੁਲਮ ਕਰਨ ਵਾਲੇ ਦਾ ਭਲਾ ਨਹੀਂ ਚਿਤਵਿਆ ਨਹੀਂ। ਖੈਰ ਚਲੋ ਹੁਣ ਆਪਾਂ ਅੱਗੇ ਵੱਧਦੇ ਹਾਂ ਜੀ। ਹੁਣ 1708 ਦੇ ਵਿੱਚ ਬੰਦੇ ਬਹਾਦਰ ਨੂੰ ਇਹ ਇੰਸਟਰਕਸ਼ਨਾਂ ਹਦਾਇਤਾਂ ਦੇ ਕੇ ਪੰਜਾਬ ਦੇ ਵਿੱਚ ਉਹ ਭੇਜ ਦਿੰਦੇ ਜੀ। ਔਰ ਪੰਜਾਬ ਦੇ ਵਿੱਚ ਫਿਰ ਜਿਹੜਾ ਸ਼ੁਰੂ ਹੁੰਦਾ ਜੀ, ਉਹ ਪਹਿਲਾ ਕਿਸਾਨੀ ਹਥਿਆਰਬੰਦ ਘੋਲ ਪੰਜਾਬ ਦਾ ਕਿਸਾਨ ਕਰਦਾ ਜੀ, ਬੰਦਾ ਬਹਾਦਰ ਦੀ ਅਗਵਾਈ ਦੇ ਹੇਠਾਂ। ਇਹਦੇ ਵਿੱਚ ਹੁਣ ਆਪਾਂ ਦੇਖਦੇ ਵੀ ਬੰਦੇ ਦੀ ਫੌਜ ਕੀ ਸੀ ਤੇ ਹਥਿਆਰ ਕੀ ਸੀ ਉਹਦੇ ਕੋਲ। ਜਿਸ ਵੇਲੇ ਬੰਦਾ ਐਂਟਰ ਪੰਜਾਬ ਦੇ ਵਿੱਚ ਕਰਦਾ, ਬੰਦੇ ਨੂੰ ਆਪਾਂ ਉਦਣ ਵੀ ਇਹ ਗੱਲ ਦੱਸੀ ਸੀ ਵੀ ਕੋਈ ਭਰਤੀ ਕਰਨ ਦੀ ਲੋੜ ਨਹੀਂ ਪਈ। ਲੋਕ ਆਪਣੇ ਆਪ ਜਿਹੜੇ ਹੈਗੇ ਆਉਣੇ ਸ਼ੁਰੂ ਹੋ ਗਏ, ਕਿਉਂਕਿ ਗੁਰੂ ਸਾਹਿਬ ਨੇ ਕੰਮ ਇੰਨਾ ਪੰਜਾਬ ਦੇ ਵਿੱਚ ਕੀਤਾ ਸੀ ਕਿਸਾਨੀ ਦੇ ਵਿੱਚ। ਕਿਸਾਨੀ ਵਿੱਚ ਉਹ ਇੰਨੇ ਪੋਪੂਲਰ ਸੀ ਵੀ ਜਦੋਂ ਉਹਨਾਂ ਨੂੰ ਕਿਸਾਨਾਂ ਨੂੰ ਇਹ ਪਤਾ ਲੱਗਾ ਵੀ ਗੁਰੂ ਸਾਹਿਬ ਦਾ ਫਰਮਾਨ ਆਇਆ ਵੀ ਚਲੋ ਇਸ ਬੰਦੇ ਦੇ ਹੇਠਾਂ ਜਿਹੜੀ ਹੈ ਇਹਦੀ ਕਮਾਂਡ ਦੇ ਹੇਠਾਂ ਲੜਾਈ ਕਰਨੀ ਆ, ਤਾਂ ਝੁੰਡਾਂ ਦੇ ਝੁੰਡ, ਹੋਰਡਸ ਐਂਡ ਹੋਰਡਸ ਜਿਹੜੇ ਪੀਪਲ ਸੇ ਉਹ ਆ ਗਏ ਇਕੱਠੇ ਹੋ ਕੇ ਤੇ ਉਨੀ ਬੰਦੇ ਦੀ ਉਹ ਫੌਜ ਦਾ ਹਿੱਸਾ ਬਣ ਗਏ। ਇੱਕ ਸ਼ੁਰੂ ਦੇ ਵਿੱਚ। ਬਾਅਦ ਦੇ ਵਿੱਚ ਆਪਾਂ ਦੇਖਦੇ ਹਾਂ ਬੰਦੇ ਦੀ ਫੌਜ ਦੇ ਵਿੱਚ ਜਿਹੜੇ ਆ ਕੁਛ ਫਿਰ ਤਨਖਾਹਦਾਰ ਬੰਦੇ ਵੀ ਆਏ ਆ, ਔਰ ਜਿੱਥੇ ਤੱਕ ਹਥਿਆਰਾਂ ਦਾ ਤਾਲੁਕ ਆ, ਪਹਿਲਾਂ ਜਿੱਦਾਂ ਉਦਣ ਵੀ ਮੈਂ ਦੱਸਿਆ ਸੀ ਕੋਈ ਦਾਤੀ, ਰੰਬੇ, ਕੁਹਾੜੀਆਂ, ਗਡਾਸੇ ਜੋ ਉਹਨਾਂ ਦੇ ਹੱਥ ਵਿੱਚ ਆਇਆ ਉਹ ਲੈ ਕੇ ਤੁਰ ਪੈ ਜਾ ਕੇ। ਔਰ ਬਾਈ ਦੀ ਟਾਈਮ ਬੰਦੇ ਪੰਜਾਬ ਦੇ ਵਿੱਚ ਐਂਟਰ ਹੁੰਦੇ ਆ, ਕੁਛ ਮਹੀਨਿਆਂ ਦੇ ਅੰਦਰ ਹੀ ਉਹ ਜਿਹੜੀ ਗਿਣਤੀ ਉਹ ਹਜ਼ਾਰਾਂ ਦੇ ਵਿੱਚ ਪਹੁੰਚ ਜਾਂਦੀ ਹੈ ਜੀ। ਔਰ ਉੱਥੋਂ ਉਹ ਆ ਕੇ ਜਿਸ ਵੇਲੇ ਆਉਂਦੇ ਆ ਲੜਦੇ, ਪਹਿਲਾਂ ਉਹ ਇੱਥੋਂ ਸ਼ੁਰੂ ਹੁੰਦੇ ਆ ਜੀ। ਕੈਥਲ ਜੋ ਹੁਣ ਮੈਂ ਮੋਟੇ ਦੱਸ ਦੇਣੇ ਆ ਜੀ, ਜ਼ਿਆਦਾ ਤਾਂ ਫਿਰ ਜੇ ਦੇਖਣਾ ਇੰਟਰਨੈਟ 'ਤੇ ਮਿਲ ਜਾਂਦੇ ਆ ਸਾਰੇ ਉਹਨਾਂ ਦੀਆਂ ਜਿਹੜੀਆਂ ਜੰਗਾਂ ਆ। ਕੈਥਲ ਤੇ ਸਮਾਣਾ, ਸਡੌਰਾ ਤੇ ਮੁਖਲਸਪੁਰਾ, ਇਹ ਲੜਾਈਆਂ। ਹੁਣ ਇੱਕ ਮੈਂ ਸਡੌਰੇ ਦਾ ਥੋੜ੍ਹਾ ਜਿਹਾ ਰੈਫਰੈਂਸ ਜ਼ਰੂਰ ਦੇਣਾ ਚਾਹੁੰਦਾ, ਕਿਉਂਕਿ ਸਡੌਰੇ ਦੇ ਵਿੱਚ ਜਿਹੜੇ ਪੀਰ ਬੁੱਧੂ ਸ਼ਾਹ ਸੀਗੇ ਇਹ ਉਹਨਾਂ ਦਾ ਸ਼ਹਿਰ ਸੀਗਾ।
ਪੀਰ ਬੁੱਧੂ ਸ਼ਾਹ ਉਹ ਬੰਦੇ ਸੀਗੇ ਜੀ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਇਹ ਮਿਲੇ। ਹਾਲਾਂਕਿ ਗੁਰੂ ਸਾਹਿਬ ਤੋਂ ਇਹਨਾਂ ਦੀ ਉਮਰ ਕੋਈ 18-19 ਸਾਲ ਜ਼ਿਆਦਾ ਸੀਗੀ। ਇਹਨਾਂ ਦਾ ਜਨਮ ਹੋਇਆ ਸੀ 1647 ਵਿੱਚ, ਗੁਰੂ ਸਾਹਿਬ ਦਾ 66 ਵਿੱਚ ਹੋਇਆ ਸੀ। ਇਹ ਜਿਸ ਵੇਲੇ ਗੁਰੂ ਸਾਹਿਬ ਨੂੰ ਮਿਲੇ, ਛੋਟੇ ਹੁੰਦਿਆਂ ਨੂੰ ਮਿਲੇ, ਤੇ ਇੱਕਦਮ ਉਹਨਾਂ ਦੀ ਪਰਸਨੈਲਿਟੀ ਤੋਂ ਇੰਨਾ ਪ੍ਰਭਾਵਿਤ ਹੋ ਗਿਆ ਵੀ ਉੱਦਾਂ ਜਿੱਦਾਂ ਕਹਿ ਲਓ ਇੰਨੀ ਉਮਰ ਦਾ ਫਰਕ ਹੋਣ ਦੇ ਬਾਵਜੂਦ ਵੀ ਇੱਕ ਕਿਸਮ ਨਾਲ ਉਹਨਾਂ ਦੇ ਚੇਲੇ ਬਣ ਗਏ ਜਾ ਕੇ। ਫਿਰ ਇਹਨੀ ਜਦ ਗੁਰੂ ਸਾਹਿਬ ਦੀ ਪਹਿਲੀ ਲੜਾਈ ਹੋਈ ਆ ਭੰਗਾਣੀ ਦਾ ਯੁੱਧ, ਭੰਗਾਣੀ ਦੇ ਯੁੱਧ ਦੇ ਵਿੱਚ ਇਹਨੇ ਕੁਛ ਬੰਦੇ ਗੁਰੂ ਸਾਹਿਬ ਦੀ ਸਹਾਇਤਾ ਦੇ ਲਈ ਭਰਤੀ ਕਰਵਾ ਦਿੱਤੇ ਸੀ, ਪਠਾਨ, ਜਿਨ੍ਹਾਂ ਦੀ ਗਿਣਤੀ ਕਹਿੰਦੇ ਕੋਈ 500 ਦੇ ਕਰੀਬ ਸੀ। ਪਰ ਉਹ ਪਠਾਨ ਜਿਹੜੇ ਉਹ ਲੜੇ ਨਹੀਂ ਗੁਰੂ ਸਾਹਿਬ ਦੇ ਨਾਲ ਚੰਗੇ, ਉਹ ਡਿਜ਼ਰਟ ਕਰ ਗਏ। ਸੋ ਪੀਰ ਬੁੱਧੂ ਸ਼ਾਹ ਉਹਨਾਂ ਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ। ਉਹਨੇ ਫਿਰ ਆਪਣੇ ਮੁੰਡੇ ਭੇਜੇ ਔਰ ਆਪਣੀ ਫੌਜ ਹੋਰ ਬੰਦੇ ਭੇਜੇ ਸਹਾਇਤਾ ਲਈ ਗੁਰੂ ਸਾਹਿਬ ਦੀ। ਉਹ ਸਹਾਇਤਾ ਦੇ ਵਿੱਚੋਂ ਉਹਨਾਂ ਦੇ 2 ਲੜਕੇ ਉਹਦੇ ਵਿੱਚ ਮਾਰੇ ਗਏ ਜੀ, ਉਹ ਗੁਰੂ ਸਾਹਿਬ ਦੇ ਹੱਕ ਦੇ ਵਿੱਚ ਲੜਦਿਆਂ ਹੋਇਆਂ ਜਾ ਕੇ। ਉਹ ਜਿਸ ਵੇਲੇ ਪੀਰ ਬੁੱਧੂ ਸ਼ਾਹ ਹੁਣੀ ਵਾਪਸ ਇੱਥੇ ਆਏ ਸਢੌਰੇ ਦੇ ਵਿੱਚ, ਤਾਂ ਸਢੌਰੇ ਦੇ ਵਿੱਚ ਫਿਰ ਉਹਨਾਂ ਨੂੰ ਬਹੁਤ ਤਸੀਹੇ ਦਿੱਤੇ ਗਏ ਜੀ ਵੀ ਤੈਂ ਉਹਨਾਂ ਦੀ ਮਦਦ ਕਿਉਂ ਕੀਤੀ। ਵਿਦ ਦੀ ਰਿਜ਼ਲਟ ਜਿਹੜਾ ਉੱਥੇ ਦਾ ਸੂਬੇਦਾਰ ਜੋ ਵੀ ਸੀਗਾ ਜਾ ਕੇ ਉਸਮਾਨ ਖਾਨ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਅੱਛਾ। ਸੋ ਬੰਦਾ ਬਹਾਦਰ ਜਿਸ ਵੇਲੇ ਉੱਥੇ ਪਹੁੰਚਿਆ ਗਿਆ ਤਾਂ ਉਹਨੂੰ ਦੱਸਿਆ ਗਿਆ ਵੀ ਇਹ ਉਹ ਸਢੌਰਾ ਆ, ਉਹ ਉਸਮਾਨ ਖਾਨ ਆ ਜਿਸ ਉਸਮਾਨ ਖਾਨ ਨੇ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕੀਤਾ ਸੀ। ਸੋ ਫਿਰ ਉਹ ਉੱਥੇ ਲੜਾਈ ਕੀਤੀ। ਉੱਥੇ ਇਹ ਕਿਹਾ ਜਾਂਦਾ ਜਾ ਕੇ ਜੀ ਵੀ ਉਹਦੀ ਤਬਾਹੀ ਕਰ ਦਿੱਤੀ, ਉਹਨੂੰ ਮਾਰ ਦਿੱਤਾ ਗਿਆ ਜਾ ਕੇ। ਤਾਂ ਉਹਦਾ ਇਹ ਹੈ, ਉਹਨੂੰ ਗੁੱਸਾ ਬਹੁਤ ਆ ਗਿਆ ਜਾ ਕੇ ਵੀ ਇੱਦਾਂ ਦੇ ਨੇਕ ਬੰਦੇ ਨੂੰ ਇਸ ਬੰਦੇ ਨੇ ਕਿੱਥੋਂ। ਉੱਥੋਂ ਸਢੌਰੇ ਤੋਂ ਅੱਗੇ ਚੱਲਦੇ ਆ, ਸਢੌਰਾ ਅਤੇ ਮੁਖਲਸਪੁਰਾ। ਅੱਛਾ, ਇੱਕ ਮੈਂ ਥੋੜ੍ਹਾ ਜਿਹਾ ਹੋਰ ਕਲੀਅਰ ਕਰ ਦੇਵਾਂ ਜੀ, ਇਹ ਜਿਹੜੀਆਂ ਬੰਦੇ ਦੀਆਂ ਐਕਟੀਵਿਟੀਜ਼ ਪਹਿਲਾਂ ਰਹੀਆਂ ਨਾ ਜੀ, ਇਹ ਜਿਹੜਾ ਮੌਜੂਦਾ ਏਰੀਆ ਹੈਗਾ ਹਰਿਆਣਾ, ਹਾਂਜੀ, ਪੰਜਾਬ ਤੇ ਵੈਸਟਰਨ ਯੂਪੀ। ਅੱਛਾ, ਵੈਸਟਰਨ ਯੂਪੀ ਵੀ ਕਿਉਂਕਿ ਸਹਾਰਨਪੁਰ ਆਇਆ ਵਿੱਚ ਉਹਦੇ ਬੰਦੇ ਨੇ, ਸਹਾਰਨਪੁਰ, ਮੁਜ਼ੱਫਰਪੁਰ, ਸ਼ਾਮਲੀ, ਇਹ ਇਲਾਕੇ ਵੀ ਬੰਦੇ ਇੱਥੇ ਦੇ ਮਜ਼ਾਰੇ ਵੀ ਆਜ਼ਾਦ ਕਰਵਾਏ। ਔਰ ਪਹਿਲੇ ਜਦੋਂ ਐਂਟਰ ਹੁੰਦੇ ਹੀ ਪਹਿਲਾ ਸਲੋਗਨ ਬੰਦੇ ਦਾ ਇਹ ਸੀਗਾ ਕਿ ਜ਼ਮੀਨਾਂ ਤੇ ਕਬਜ਼ੇ ਕਰ ਲਓ। ਪਹਿਲਾ ਕੰਮ ਇਹ ਸੀ ਵੀ ਜਿੱਥੇ ਜਿਹੜਾ ਬੰਦਾ ਜਿਹੜੀ ਜ਼ਮੀਨ ਵਾਹੁੰਦਾ ਉਹ ਉਹਦਾ ਮਾਲਕ ਹੈ, ਉਹਨੀ ਪੈਂਦਿਆਂ ਨੇ ਕਬਜ਼ੇ ਕਰ ਲਾ ਇਹਨਾਂ ਏਰੀਆ ਦੇ ਵਿੱਚ ਪਹਿਲਾਂ। ਕਿਉਂਕਿ ਏਰੀਏ ਪਹਿਲਾਂ ਹੱਥ ਨੇੜੇ ਲੱਗਦੇ ਆ। ਇੱਥੋਂ ਫਿਰ ਉਹ ਇਹਨਾਂ ਏਰੀਆ ਤੇ ਕਬਜ਼ੇ ਕਰਵਾ ਕੇ 1708 ਵਿੱਚ ਤੁਰੇ ਆ। 1710 ਦੇ ਵਿੱਚ ਫਿਰ ਉਹ ਸਰਹੰਦ ਪਹੁੰਚ ਜਾਂਦੇ। ਅੱਛਾ, 1710 ਦੇ ਵਿੱਚ ਐਸੇ ਮਹੀਨੇ ਮਈ ਦਾ ਮਹੀਨਾ ਯਾਦ ਹੈ ਮੈਨੂੰ। ਉੱਥੇ ਫਿਰ ਬੜੀ ਗਹਿ ਗੱਚ ਦੀ ਲੜਾਈ ਹੋਈ ਜੀ। ਵਜ਼ੀਰ ਖਾਂ ਖੁਦ ਫਿਰ ਆਪਣੀਆਂ ਫੌਜਾਂ ਲੈ ਕੇ ਆਇਆ ਉੱਥੇ, ਮੇਨ ਫੌਜਾਂ ਆ ਗਈਆਂ ਫਿਰ ਉੱਥੇ ਜਾ ਕੇ। ਔਰ ਸਰਹੰਦ ਦੀ ਲੜਾਈ ਨੇੜੇ ਇੱਕ ਮੈਦਾਨ ਹੈ ਛੱਪੜਚਿੜੀ ਕੀ, ਉੱਥੇ ਲੜਾਈ ਹੋਈ। ਬਹੁਤ ਕਸਮਾਨ ਦੀ ਲੜਾਈ ਦੇ ਵਿੱਚੋਂ ਇਹ ਆ ਵੀ ਬੰਦੇ ਬਹਾਦਰ ਦੀ ਜਿੱਤ ਹੋਈ ਉਸ ਲੜਾਈ ਵਿੱਚ। ਛੱਪੜਚਿੜੀ, ਹਾਂ, ਜਿਹੜੀ ਵੀ ਕਹਿੰਦੇ। ਉੱਥੇ ਆ ਕੇ ਵਜ਼ੀਰ ਖਾਂ ਮਾਰਿਆ ਗਿਆ। ਵਜ਼ੀਰ ਖਾਂ ਦੀ ਹੈਂਡ ਟੂ ਹੈਂਡ ਫਾਈਟ ਹੋਈ ਆਪਣੇ ਫਤਿਹ ਸਿੰਘ ਦੇ ਨਾਲ, ਤੇ ਉਹਦੇ ਲੜਾਈ ਦੇ ਵਿੱਚ ਉਹ ਮਾਰਿਆ ਗਿਆ। ਅੱਛਾ, ਹੁਣ ਉੱਥੇ ਇਹ ਕਿਹਾ ਜਾਂਦਾ ਜਾ ਕੇ ਜੀ ਵੀ ਸਰਹੰਦ ਦੇ ਵਿੱਚ ਫਿਰ ਬਹੁਤ ਜ਼ੁਲਮ ਹੋਇਆ। ਉਹ ਜ਼ੁਲਮ ਹੋਇਆ, ਉਹ ਇਹ ਬੰਦੇ ਤੇ ਇਲਜ਼ਾਮ ਉੱਥੇ ਲੱਗਦਾ ਵੀ ਬੰਦੇ ਨੇ ਬਹੁਤ ਜ਼ੁਲਮ ਕੀਤਾ। ਖਾਸ ਤੌਰ 'ਤੇ ਜਿਹੜੇ ਹੈਗੇ ਆ ਮੁਸਲਿਮ ਹਿਸਟੋਰੀਅਨ ਆ, ਜਿਹੜੇ ਮੈਂ ਪੜ੍ਹੇ ਆ, ਕਾਫੀ ਖਾਂ ਵਗੈਰਾ, ਉਹ ਤਾਂ ਕਹਿੰਦੇ ਜੀ ਬਹੁਤ ਜ਼ੁਲਮ ਕੀਤਾ ਬੰਦਾ, ਸਾਰੇ ਬੇਗੁਨਾਹ ਬੰਦੇ ਮਾਰੇ ਗਏ ਉੱਥੇ ਜਾ ਕੇ। ਇੱਥੇ ਮੈਂ ਥੋੜ੍ਹਾ ਜਿਹਾ ਇੱਥੇ ਗੱਲ ਕਰ ਲੈਂਦੇ, ਬਾਅਦ ਦੇ ਵਿੱਚ ਤਾਂ ਕੀ ਕਰਨੀ ਹੈ। ਇੱਥੇ ਮੈਂ ਕਲੀਅਰ ਕਰ ਲਾਂ ਜੀ। ਪਹਿਲਾਂ ਤਾਂ ਹਸਨ ਸਾਹਿਬ, ਮੈਨੂੰ ਤਾਂ ਜਿਹੜੇ ਬੰਦੇ ਜ਼ਿਆਦਾ ਇੱਥੇ ਕਹੋਗੇ ਨਾ ਜੀ ਇਹ ਮੁਸਲਿਮ ਹਿਸਟੋਰੀਅਨ ਨੇ, ਸਿੱਖ ਹਿਸਟੋਰੀਅਨ ਨੇ, ਹਿੰਦੂ ਹਿਸਟੋਰੀਅਨ, ਉਹ ਹਿਸਟੋਰੀਅਨ ਕਾਹਦੇ ਰਹਿ ਗਏ ਜਦੋਂ ਉਹਦੇ ਨਾਲ ਲੇਬਲ ਹੀ ਲਾਤਾ ਤੁਸੀਂ ਜਾ ਕੇ। ਉਹ ਹਿਸਟਰੀ ਹਿਸਟੋਰੀਅਨ ਜੇ ਲੈਵਲ ਨਾਲ ਲੱਗ ਗਿਆ ਫਿਰ ਤਾਂ ਉਹ ਪਾਰਸ਼ਲ ਹੋ ਗਿਆ ਜਾ ਕੇ। ਖੈਰ ਐਨੀਵੇ, ਹੁਣ ਇੱਕ ਗੱਲ ਕਲੀਅਰ ਸਾਨੂੰ ਇੱਥੇ ਰੱਖ ਲੈਣੀ ਚਾਹੀਦੀ ਆ ਵੀ ਜਿਹੜੀ ਜੰਗ ਆ, ਜਦੋਂ ਜੰਗ ਹੁੰਦੀ ਆ, ਜੰਗ ਦੇ ਵਿੱਚ ਜ਼ਿਆਦਤੀਆਂ ਹੁੰਦੀਆਂ। ਜੰਗ ਦੇ ਵਿੱਚ ਚਾਹੇ ਉਹ ਜੰਗ ਧਾਰਮਿਕ ਜੰਗ ਹੋਵੇ, ਚਾਹੇ ਉਹ ਪੋਲੀਟੀਕਲ ਜੰਗ ਹੋਵੇ, ਚਾਹੇ ਕੋਈ ਹੋਰ ਕਿਸਮ ਦੀ ਜੰਗ ਹੈ, ਉਹ ਜੰਗ ਦੇ ਵਿੱਚ ਹੁੰਦੇ ਆ। ਸੋ ਉੱਥੇ ਕੋਈ ਜ਼ਿਆਦਤੀਆਂ ਇੱਦਾਂ ਨਹੀਂ ਹੋਈਆਂ ਵੀ ਧਰਮ ਦੇ ਆਧਾਰ 'ਤੇ ਜ਼ਿਆਦਤੀਆਂ ਹੋਈਆਂ। ਉੱਥੇ ਜ਼ਿਆਦਤੀਆਂ ਹੋਈਆਂ ਜੰਗ ਦੇ ਵਿੱਚ, ਜਿੱਦਾਂ ਬੰਦੇ ਮਰਦੇ ਆ ਉੱਦਾਂ ਮਰੇ ਆ ਜਾ ਕੇ। ਔਰ ਉਹਦੇ ਵਿੱਚ ਹੈਰਾਨੀ ਵਾਲੀ ਥਿੰਨ ਸਾਹਿਬ ਗੱਲ ਇਹ ਆ, ਮੈਂ ਦੱਸਦਾ ਵੀ ਬੰਦੇ ਦੀ ਜਿਹੜੀ ਉਹ ਫੌਜ ਸੀ, ਜਿਹੜੀ ਬਿਨਾਂ ਪੈਸਿਆਂ ਤੋਂ ਫੌਜ ਸੀ, ਉਹਦੇ ਵਿੱਚ ਮੁਸਲਮਾਨ ਮਜ਼ਾਰੇ ਵੀ ਸੀਗੇ ਜਾ ਕੇ। ਔਰ ਬੜੀ ਗਿਣਤੀ ਵਿੱਚ ਮੁਸਲਮਾਨ ਮਜ਼ਾਰਿਆਂ ਦੀ ਸੀਗੀ ਜਾ ਕੇ, ਕਿਉਂਕਿ ਮੁਸਲਮਾਨ ਮਜ਼ਾਰਿਆਂ ਨੇ ਵੀ ਜ਼ਮੀਨਾਂ ਤੇ ਕਬਜ਼ੇ ਕਰ ਲਏ, ਹਿੰਦੂ ਮਜ਼ਾਰਿਆਂ ਨੇ ਵੀ ਕਰ ਲਏ। ਉਹ ਤਾਂ ਇਸ਼ੂ ਪਿੱਛੇ ਲੜ ਰਹੇ ਸੀ। ਮੈਂ ਤੁਹਾਨੂੰ ਹੋਰ ਇੱਥੇ ਕਲੀਅਰ ਕਰ ਦੇਵਾਂ ਜੀ, ਉੱਥੇ ਮਸੰਦ ਵੀ ਇਹਦੇ ਵਿੱਚ ਆਉਂਦੇ ਆ। ਮਸੰਦ ਇੱਦਾਂ ਆਉਂਦੇ ਆ ਕਿਉਂਕਿ ਮਸੰਦ ਇਹਦੇ ਵਿੱਚ ਜ਼ਗੀਰਦਾਰਾਂ ਵਿੱਚ ਜਾਂ ਤੁਲਕਦਾਰਾਂ 'ਚ ਨਹੀਂ ਆਉਂਦੇ ਹੈ, ਉਹ ਜ਼ਿਮੀਂਦਾਰਾਂ 'ਚ ਆਉਂਦੇ ਸੀ ਕਿਉਂਕਿ ਉਹਨਾਂ ਕੋਲ ਪੈਸੇ ਬਹੁਤ ਸੀ, ਉਹਨੇ ਜ਼ਮੀਨਾਂ ਬਹੁਤ ਖਰੀਦ ਲਈਆਂ ਸੀ। ਅੱਛਾ, ਤੋ ਕਾਫੀ ਗਿਣਤੀ ਵਿੱਚ ਜਿਹੜੇ ਹੈ ਮਸੰਦਾਂ ਦੇ ਖਿਲਾਫ ਇਕੱਲੇ ਗੁਰੂ ਸਾਹਿਬ ਨੇ ਉਹਨਾਂ ਨੂੰ ਪਨਿਸ਼ ਨਹੀਂ ਕੀਤਾ, ਬੰਦੇ ਦੇ ਟਾਈਮ ਦੇ ਵਿੱਚ ਵੀ ਉਹ ਪਨਿਸ਼ ਹੋਏ ਹੈ ਕਿਉਂਕਿ ਉਹ ਬੜੇ ਬੜੇ ਜ਼ਿਮੀਂਦਾਰ ਬਣ ਗਏ ਸੀ। ਕਈ ਉੱਥੇ ਪੂਜਾ ਦਾ ਧਨ ਖਾ ਕੇ ਉਹਨੇ ਜ਼ਮੀਨਾਂ ਬਹੁਤ ਖਰੀਦ ਲਈਆਂ ਸੀ, ਤਾਂ ਉਹਨਾਂ ਨੂੰ ਵੀ ਪਨਿਸ਼ ਕੀਤਾ ਗਿਆ।
ਔਰ ਉੱਥੇ ਤੁਸੀਂ ਦੇਖੋ ਜਿਸ ਵੇਲੇ ਵਜ਼ੀਰ ਖਾਨ ਦੀ ਮਦਦ ਲਈ ਜਿਹੜੇ ਬੰਦੇ ਲੜੇ ਆ, ਉਹ ਹਿੰਦੂ ਜ਼ਗੀਰਦਾਰ ਵੀ ਉਹਦੀ ਮਦਦ ਤੇ ਆਏ ਆ, ਤੇ ਉਹ ਸਿੱਖ ਮਸੰਦ ਵੀ ਉਹਦੀ ਮਦਦ ਤੇ ਉੱਤੇ ਆਏ ਆ। ਇਹ ਗੱਲਾਂ ਸਾਨੂੰ ਇਤਿਹਾਸ ਦੇ ਵਿੱਚ ਬਹੁਤ ਦੱਸੀਆਂ ਨਹੀਂ ਜਾਂਦੀਆਂ। ਮੈਨੂੰ ਦੁੱਖ ਇਸ ਗੱਲ ਦਾ ਬਹੁਤ ਹੁੰਦਾ, ਤਾਂ ਮੈਨੂੰ ਇਹ ਪ੍ਰੋਗਰਾਮ ਕਰਨੇ ਪਏ ਆ ਜਾ ਕੇ ਜਿਹੜੇ ਹੈਗੇ ਜੀ। ਉਹ ਹੋਰੇ ਕੁਝ ਦੱਸੀ ਜਾਂਦੇ ਆ ਜੀ, ਇਹ ਤਾਂ ਹਿੰਦੂ ਮੁਸਲਮਾਨ ਦੀ ਜੰਗ ਸੀ, ਇਹ ਤਾਂ ਫਲਾਣੇ ਦੀ ਜੰਗ ਸੀ, ਬੰਦੇ ਨੂੰ ਭੇਜਿਆ ਗਿਆ ਸੀਗਾ ਵੀ ਤੂੰ ਨਾਸ ਕਰ ਤੇ ਮੁਸਲਮਾਨ ਜਾਂ ਮੁਸਲਮਾਨ ਤੇ ਯਕੀਨ ਨਾ ਕਰੋ ਫਲਾਣਾ। ਇਹ ਹੈ ਨਹੀਂ ਇੱਦਾਂ ਦੀਆਂ ਗੱਲਾਂ ਸੈਨ ਸਾਹਿਬ। ਇਹ ਗੁਰੂ ਸਾਹਿਬ ਦੀ ਲੜਾਈ 2 ਕਲਾਸਾਂ ਦੀ ਲੜਾਈ ਸੀ, 2 ਕਲਾਸਾਂ ਦੀ ਲੜਾਈ ਸੀਗੀ। ਉਹ ਜਿਹੜੀ ਸੀ ਗੁਰੂ ਸਾਹਿਬ ਦੀ ਲੜਾਈ ਕਿਸੇ ਧਰਮ ਨੂੰ ਸਾਹਮਣੇ ਇਸ ਰੱਖ ਕੇ ਆਣਾ ਸੀਗਾ ਜਾ ਕੇ। ਅੱਛਾ, ਜੇ ਇਹ ਧਰਮ ਦੀ ਲੜਾਈ ਇਹਨੂੰ ਅਸੀਂ ਕਹਿੰਦੇ ਆ, ਬੰਦੇ ਬਹਾਦਰ ਦੇ ਟਾਈਮ ਦੇ ਵਿੱਚ ਤਾਂ ਇੱਕ ਬੰਦੇ ਨੂੰ ਵੀ ਜ਼ਬਰਦਸਤੀ ਸਿੱਖ ਨਹੀਂ ਬਣਾਇਆ ਗਿਆ। ਇਹਨੂੰ ਆਪਾਂ ਧਰਮ ਦੀ ਲੜਾਈ ਕਿੱਦਾਂ ਕਹਿ ਸਕਦੇ ਹਾਂ? ਪਰ ਉੱਥੋਂ ਮੁਜ਼ਾਹਰਿਆਂ ਤੋਂ ਮਾਲਕ ਜ਼ਰੂਰ ਬਣਾਏ ਗਏ ਆ, ਉਹ ਹਜ਼ਾਰਾਂ ਦੀ ਗਿਣਤੀ ਵਿੱਚ ਬਣਾਏ ਗਏ ਆ। ਫਿਰ ਉਹ ਧਰਮ ਦੀ ਜੰਗ ਹੋਈ ਜਦ ਇੱਕ ਵੀ ਨਹੀਂ ਹੋਇਆ। ਅੱਛਾ, ਇੱਕ ਹੋਰ ਗੱਲ ਮੈਂ ਇੱਥੇ, ਮੇਰਾ ਖਿਆਲ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਕਨਵਰਟ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਕੋਸ਼ਿਸ਼ ਸੈਨ ਸਾਹਿਬ, ਉਹ ਤਾਂ ਲੜਾਈ ਦਾ ਨੇਚਰ ਹੀ ਹੋਰ ਸੀਗੀ। ਬਿਲਕੁਲ, ਉਹ ਤਾਂ ਲੜਾਈ ਜਿਹੜੀ ਸੀ, ਲੜਾਈ ਸੀ ਜ਼ੁਲਮ ਦੇ ਖਿਲਾਫ, ਜ਼ੁਲਮ ਦੇ ਖਿਲਾਫ ਸੀਗੀ। ਔਰ ਜਿਹੜੇ ਮੁਜ਼ਾਹਰੇ ਆ ਉਹਨਾਂ ਨੂੰ ਜ਼ਮੀਨਾਂ ਦੇ ਹੱਕ ਦਿਵਾਉਣ ਦੀ ਲੜਾਈ ਸੀਗੀ ਜਾ ਕੇ, ਵੀ ਕਬਜ਼ੇ ਕਰ ਲਓ ਜ਼ਮੀਨਾਂ ਦੇ ਉੱਤੇ। ਔਰ ਕਬਜ਼ੇ ਉਹ ਨਹੀਂ ਕੀਤੇ ਆ ਕਿ ਉਹ ਹਿੰਦੂ ਮੁਜ਼ਾਹਰਿਆਂ ਨੇ ਵੀ ਕੀਤੇ ਆ, ਮੁਸਲਮਾਨ ਮੁਜ਼ਾਹਰਿਆਂ ਨੇ ਵੀ ਕੀਤੇ ਆ, ਹਿੰਦੂ ਜ਼ਗੀਰਦਾਰ ਵੀ ਮਾਰੇ ਗਏ, ਮੁਸਲਮਾਨ ਜ਼ਗੀਰਦਾਰ ਵੀ ਮਾਰੇ ਗਏ, ਮਸੰਦ ਵੀ ਮਾਰੇ ਗਏ, ਸਾਰੇ ਉਹਦੇ ਵਿੱਚ ਮਾਰੇ ਗਏ। ਅੱਛਾ, ਇਹ ਸਾਰੇ ਇਲਾਕੇ ਨੂੰ ਆਪਾਂ ਹੁਣ ਕਰਕੇ ਗਾਹਾਂ ਚੱਲੀਏ ਅੱਗੇ। ਜਿਸ ਵੇਲੇ ਆਪਾਂ ਚੱਲਦੇ ਹਾਂ ਅੱਗੇ ਜਾ ਕੇ ਫਿਰ ਇਹ ਫਿਰ ਦੁਆਬੇ ਦੇ ਵਿੱਚ ਆ ਵੜਦੇ ਆ ਜੀ। ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਮੇਰੇ ਨਾਲ ਨੇ, ਜਿਹੜੇ ਗੱਲਬਾਤ ਕਰ ਰਹੇ ਨੇ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੇ ਮੁਜ਼ਾਹਰਿਆਂ ਨੂੰ ਉਸ ਫਿਊਡਲਿਜ਼ਮ ਦੇ ਜਗੀਰਦਾਰੀ ਢਾਂਚੇ ਦੇ ਸ਼ਿਕੰਜੇ ਤੋਂ ਆਜ਼ਾਦ ਕਰਵਾਇਆ। ਅਤੇ ਉਹ ਜੰਗ ਕਿੱਥੇ ਕਿੱਥੇ ਹੋਈ, ਉਸ ਵੇਲੇ ਦੀ ਪੰਜਾਬ ਦੀ ਅਤੇ ਯੂਪੀ ਦੀ, ਵੈਸਟਰਨ ਯੂਪੀ ਦੀ ਉਹ ਜਿਹੜੀ ਡਿਮਾਰਕੇਸ਼ਨ ਹੋਰ ਸੀ, ਅੱਜ ਉਹ ਹੋਰ ਹੈ। ਬਸ ਇੱਕ ਵਾਰੀ ਜ਼ਰੂਰ ਦੱਸਣਾ ਕਿ ਜਿੱਥੇ ਚੱਪੜਚਿੜੀ ਦਾ ਯੁੱਧ ਹੋਇਆ ਅਤੇ ਜਿਹੜੇ ਇਲਾਕਿਆਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਜਾ ਕੇ ਇੱਕਦਮ ਤੂਫਾਨ ਦੀ ਤਰ੍ਹਾਂ ਜਿੱਤਾਂ ਪ੍ਰਾਪਤ ਕੀਤੀਆਂ ਨੇ ਅਤੇ ਲੋਕਾਂ ਨੂੰ ਆਪਣੇ ਨਾਲ ਲੈ ਕੇ, ਮੁਜ਼ਾਹਰਿਆਂ ਨੂੰ ਆਪਣੇ ਨਾਲ ਲੈ ਕੇ ਤੁਰੇ ਨੇ, ਉਹਦੀ ਅੱਜ ਦੀ ਸਿਚੁਏਸ਼ਨ ਕੀ ਆ? ਹੁਣ ਹਰਿਆਣਾ ਪੰਜਾਬ ਬਣ ਗਿਆ। ਇਲਾਕੇ ਵਾਈਜ਼ ਤੁਹਾਨੂੰ ਮੈਂ ਦੱਸਾਂ ਜੀ ਅੱਜ ਦੀ ਸਿਚੁਏਸ਼ਨ ਫਾਈਨਲੀ ਜੇ ਦੱਸਾਂ, ਇੱਕ ਸਮਾਂ ਤਾਂ ਆ ਗਿਆ ਸੀ ਥਿੰਦ ਸਾਹਿਬ, ਇੱਕ ਸਮਾਂ ਆ ਗਿਆ ਸੀ ਜਿਸ ਵੇਲੇ ਜਮਨਾ ਤੋਂ ਲੈ ਕੇ ਰਾਵੀ ਤੱਕ ਸਾਰੇ ਤੇ ਬੰਦੇ ਬਹਾਦਰ ਦਾ ਕਬਜ਼ਾ ਹੋ ਗਿਆ ਸੀ। ਇੱਕ ਟਾਈਮ ਆ ਗਿਆ ਜੀ, ਬਹੁਤ ਥੋੜ੍ਹਾ ਚਿਰ ਰਿਹਾ ਉਹ, ਅੱਛਾ, ਬਹੁਤੀ ਦੇਰ ਨਹੀਂ ਰਹੀ। ਪਰ ਉਹਦੇ ਵਿੱਚ ਜਿੱਦਾਂ ਤੁਸੀਂ ਹਰਿਆਣੇ ਦਾ ਇਲਾਕਾ, ਆਹ ਵੈਸਟਰਨ ਯੂਪੀ ਦਾ ਇਲਾਕਾ ਜਿਹਦੇ ਵਿੱਚ ਮੇਰਠ, ਸਹਾਰਨਪੁਰ, ਇਹ ਇੱਧਰਲਾ ਪਾਸਾ ਜਿਹੜਾ ਹੈਗਾ ਆ ਅੱਜ ਕੱਲ੍ਹ ਚਰਚਾ ਵਿੱਚ ਵੀ ਹੈਗਾ ਇਹ ਇਲਾਕਾ, ਇਹ ਇਲਾਕਾ ਵੀ ਆਜ਼ਾਦ ਕਰਵਾਇਆ ਉਹਨੇ। ਇਸ ਇਲਾਕੇ ਦੇ ਵਿੱਚ ਵੀ ਪਹਿਲੀ ਜਿਹੜੀ ਆਰਮਡ ਸਟਰਗਲ ਕਿਸਾਨੀ ਨੇ ਕੀਤੀ ਆ, ਉਹ ਬੰਦੇ ਬਹਾਦਰ ਦੇ ਹੇਠਾਂ ਆ ਕੇ ਕੀਤੀ ਹੈ। ਇਹ ਸਭ ਇਹਨਾਂ ਨੂੰ ਵੀ ਬੰਦੇ ਬਹਾਦਰ ਨੇ ਆਜ਼ਾਦ ਕਰਵਾਇਆ ਉਸ ਵੇਲੇ ਜਾ ਕੇ। ਜ਼ਮੀਨਾਂ ਦੇ ਮਾਲਕ ਤਾਂ ਬਣੇ ਉਸ ਵੇਲੇ ਜਾਟ। ਹਾਂ, ਹੁਣ ਤੁਹਾਨੂੰ ਮੈਂ ਇਹ ਗੱਲ ਦੱਸਦਾ ਜੀ, ਜਿਸ ਵੇਲੇ ਸਰਹੰਦ ਦੀ ਜਿੱਤ ਹੋ ਗਈ, ਸਰਹੰਦ ਦੀ ਜਿੱਤ ਤੋਂ ਬਾਅਦ ਬੰਦੇ ਦਾ ਇਮੇਜ ਜਿਹੜਾ ਹੈਗਾ ਇੱਕਦਮ ਉੱਪਰ ਚਲੇ ਗਏ। ਬਹੁਤ ਹੋਰ ਲੋਕ ਜਿੱਦਾਂ ਹਜ਼ਾਰਾਂ ਦੀ ਗਿਣਤੀ 'ਚ ਹੋਰ ਆ ਗਏ। ਇੱਦਾਂ ਦਾ ਪੈ ਗਿਆ ਰੌਲਾ ਜੀ ਵੀ ਬੰਦੇ ਦੇ ਕੋਲ ਕੋਈ ਗੈਬੀ ਸ਼ਕਤੀ ਹੈ। ਇਹ ਲੋਕ ਸਮਝਦੇ ਸੀ ਵੀ ਬੰਦਾ ਤਾਂ ਉੜ ਕੇ ਵੀ ਕਿਤੇ ਜਾ ਸਕਦਾ। ਇੱਦਾਂ ਦਾ ਅਫਵਾਹਾਂ ਜਿਹੜੀਆਂ ਫੈਲਣੀਆਂ ਸ਼ੁਰੂ ਹੋ ਗਈਆਂ ਔਰ ਲੋਕ ਆਉਣ ਲੱਗੇ। ਜਿਸ ਤੇਜ਼ੀ ਦੇ ਨਾਲ ਉਸਨੇ ਜੰਗਾਂ ਜਿੱਤੀਆਂ ਨੇ, ਹਾਂ, ਔਰ ਰਿਸਪੌਂਡ ਬਹੁਤ ਲੋਕਾਂ ਨੇ ਕੀਤੀ, ਕਿਉਂਕਿ ਥਿੰਦ ਸਾਹਿਬ ਇਹ ਲੋਕ ਯੁੱਧ ਸੀਗਾ ਨਾ, ਗੱਲ ਤਾਂ ਆ ਸੀਗਾ ਹਰੇਕ ਨੂੰ। ਮੁਜ਼ਾਹਰਿਆਂ ਦੀ ਗਿਣਤੀ ਬਹੁਤ ਹੈ, ਜਗੀਰਦਾਰ ਕਿੰਨੇ ਹੁੰਦੇ ਸੀ ਉਦੋਂ ਪਿੰਡ ਵਿੱਚ? ਇੱਕ ਜਗੀਰਦਾਰ ਹੋਣਾ, 500 ਮੁਜ਼ਾਹਰਾ ਹੋਣਾ। ਇੱਕ ਮੈਂ ਤੁਹਾਨੂੰ ਹੋਰ ਵਿੱਚ ਇਹ ਗੱਲ ਦੱਸਦਾ, ਇਹ ਇਸ ਢੋਰੇ ਤੋਂ ਪਹਿਲਾਂ ਦੀ ਗੱਲ ਹੈ। ਉਹ ਕੁਛ ਵਿੱਚ ਇਸ ਵੇਲੇ ਪਤਾ ਲੱਗ ਗਿਆ, ਫਿਰ ਹੋਰ ਮੁਜ਼ਾਹਰੇ ਆਉਣ ਲੱਗ ਪਏ। ਇੱਕ ਮੁਜ਼ਾਹਰਿਆਂ ਦਾ 10-15 ਦਾ ਗਰੁੱਪ ਆਇਆ ਜੀ, ਉਹ ਬੰਦੇ ਬਹਾਦਰ ਨੂੰ ਆ ਕਹਿੰਦੇ ਜੀ ਵੀ ਸਾਡੇ ਤੇ ਜ਼ੁਲਮ ਬਹੁਤ ਕਰਦਾ ਆ, ਸਾਡੇ ਪਿੰਡ ਦਾ ਜਿਹੜਾ ਜਗੀਰਦਾਰ ਹੈਗਾ ਉਹ ਸਾਡੇ ਤੇ ਬਹੁਤ ਜ਼ੁਲਮ ਕਰਦਾ ਹੈਗਾ, ਸਾਨੂੰ ਉਹਨੇ ਬੜਾ ਤੰਗ ਕੀਤਾ, ਸਾਡੀ ਮਦਦ ਕਰੋ। ਬੰਦੇ ਬਹਾਦਰ ਨੇ ਬਾਜ ਸਿੰਘ ਨੂੰ ਕਿਹਾ, ਕਹਿੰਦਾ ਇਹਨਾਂ ਨੂੰ ਉੱਥੇ ਇੱਕ ਪਾਸੇ ਲੈ ਜਾ ਅਤੇ ਇਹਨਾਂ ਨੂੰ ਗੋਲੀ ਮਾਰ ਦੇ ਸਾਰਿਆਂ ਨੂੰ। ਅੱਛਾ ਜੀ। ਉਹ ਕਹਿੰਦੇ ਮਹਾਰਾਜ ਆ ਕੀ, ਅਸੀਂ ਤਾਂ ਮਦਦ ਲੈ ਆਏ ਹਾਂ। ਸਭ ਕਹਿੰਦਾ ਨਹੀਂ, ਗੋਲੀ ਮਾਰ ਦੇਣਾ ਸਾਰਿਆਂ ਨੂੰ। ਉਹ ਕਹਿੰਦੇ ਗੋਲੀ ਕਿਉਂ ਮਾਰੇ ਜਾਵੇ? ਉਹ ਕਹਿੰਦਾ ਗੋਲੀ ਤੁਹਾਡੇ ਇਸ ਕਰਕੇ ਮਾਰੇ ਜਾਵੇ, ਤੁਸੀਂ ਕਿੰਨੇ ਆ? ਕਹਿੰਦੇ ਉਹ ਕਹਿੰਦਾ ਜੀ ਅਸੀਂ 500 ਆ ਪਿੰਡ 'ਚ। ਉਹ ਜਗੀਰਦਾਰ ਕਿ ਉਹ ਕਹਿੰਦਾ ਜੀ ਇੱਕ ਫੈਮਿਲੀ ਹੈ, 500 ਬੰਦਾ, ਕਹਿੰਦੇ ਇੱਕ ਫੈਮਿਲੀ ਆ, ਤੁਸੀਂ ਮੇਰੇ ਕੋਲ ਆ ਗਏ ਆ ਮਦਦ ਲਈ, ਮੇਰੇ ਪਿੰਡ 'ਚ ਕੀ ਕਰਨ ਦਿੰਦੇ ਜਾ ਕੇ? ਇਹ ਇੱਕ ਇਸ਼ਾਰਾ ਸੀ ਸਾਰੇ ਮੁਜ਼ਾਹਰਿਆਂ ਨੂੰ ਜਾ ਕੇ ਵੀ ਤੁਹਾਡੀ ਤਾਂ ਗਿਣਤੀ ਬਹੁਤ, ਉੱਦਾਂ ਹੀ ਫੜ ਲਓ ਜਾ ਕੇ। ਉਹ ਫਿਰ ਹੋਇਆ ਇੱਦਾਂ ਥਿੰਦ ਸਾਹਿਬ, ਪਿੰਡਾਂ ਦੇ ਵਿੱਚ ਲੋਕਾਂ ਨੇ ਉੱਦਾਂ ਹੀ ਜਗੀਰਦਾਰ ਫੜ ਲਿਆ ਜਾ ਕੇ, ਜਿਹੜੇ ਜਿੱਥੇ ਸੀਗੇ ਜਾ ਕੇ, ਉੱਦਾਂ ਹੀ ਉਹ ਡੰਡਿਆਂ ਸੋਟੀਆਂ ਦੇ ਨਾਲ ਫੜ ਕੇ। ਇੱਡੀ ਮੂਵਮੈਂਟ ਮਹਾਨ ਸੀ ਇਹ ਮੂਵਮੈਂਟ। ਇਸ ਮੂਵਮੈਂਟ ਨੂੰ ਬਹੁਤਾ ਪਤਾ ਨਹੀਂ ਕਿਉਂ ਨਹੀਂ ਉਸ ਲੈਵਲ 'ਤੇ ਨਹੀਂ ਇਹਨੂੰ ਪ੍ਰਚਾਰਿਆ ਗਿਆ ਜਿਸ ਲੈਵਲ ਦੀ ਇਹ ਮੂਵਮੈਂਟ ਸੀ, ਕਿਉਂਕਿ ਪਹਿਲਾ ਸੰਘਰਸ਼ ਇਹ ਹੋਇਆ ਜਾ ਕੇ ਕਿਸਾਨੀ ਨੇ ਜਿਹੜਾ ਲਿਬਰੇਸ਼ਨ ਦੇ ਲਈ, ਕਬਜ਼ੇ ਲਈ ਕੀਤਾ। ਚਲੋ ਐਨੀਵੇ, ਪਰ ਜਦੋਂ ਆਪਾਂ ਹਥਿਆਰਬੰਦ ਘੋਲ ਦੀ ਗੱਲ ਕਰਦੇ ਹਾਂ ਜੀ, ਹਥਿਆਰਬੰਦ ਜਿਹੜਾ ਰੈਵੋਲੂਸ਼ਨ ਸੀ ਉਹ ਆਇਆ,
ਉਹਦੇ ਵਿੱਚ ਫਿਰ ਸਾਹਿਬ ਦਾਤੀਆਂ, ਰੰਬੇ, ਗੰਡਾਸੇ, ਟਕੂਏ ਤੇ ਇਸ ਤਰ੍ਹਾਂ ਦਾ ਹੀ ਸਮਾਨ ਸੀ ਉਹਦੇ ਵਿੱਚ? ਕੋਈ ਇਹੋ ਜਿਹੇ ਆਧੁਨਿਕ ਕੋਈ ਇਹੋ ਜਿਹੇ ਹਥਿਆਰ ਨਹੀਂ ਸੀ? ਆਧੁਨਿਕ ਨਹੀਂ ਸੀ, ਬਾਅਦ 'ਚ ਹੋਏ ਫਿਰ ਜਦ ਬੰਦੇ ਦੀ ਪਾਵਰ ਫਿਰ ਵਧਣ ਲੱਗ ਪਈ ਨਾ, ਕਿਉਂਕਿ ਉਸ ਵੇਲੇ ਫਿਰ ਜਿਹੜੇ ਹੈਗੇ ਪੈਸੇ ਕੋਲ ਆਉਣ ਲੱਗ ਪਏ, ਕਿ ਉਹ ਖਜ਼ਾਨੇ ਲੁੱਟੇ ਗਏ, ਖਜ਼ਾਨੇ ਲੁੱਟਿਆਂ ਦੇ ਕੋਲ ਫਿਰ ਪੈਸਾ ਕੋਲ ਆ ਗਿਆ, ਉਹਦੇ ਨਾਲ ਫਿਰ ਹਥਿਆਰ ਖਰੀਦੇ ਗਏ ਬਾਅਦ ਦੇ ਵਿੱਚ, ਪਰ ਇਨੀਸ਼ੀਅਲ ਸਟੇਜ ਤੇ ਨਹੀਂ, ਪਹਿਲੀ ਨਹੀਂ, ਸ਼ੁਰੂਆਤ ਜਿਹੜੀ ਜੰਗ ਦੀ ਹੋਈ ਇਹਨਾਂ ਨਾਲੇ ਹੋਈ ਹੈ ਜੀ। ਅੱਛਾ, ਉੱਥੋਂ ਜਿਸ ਵੇਲੇ ਹੁਣ ਦੂਜੇ ਪਾਸੇ ਮੈਂ ਤੁਹਾਨੂੰ ਦੱਸ ਦੇਵਾਂ, ਜਿਹੜੀ ਮੁਗਲ ਸਰਕਾਰ ਦੀ ਪੋਜੀਸ਼ਨ ਸੀ, ਮੁਗਲ ਸਰਕਾਰ ਦੀ ਪੋਜੀਸ਼ਨ ਉਸ ਵੇਲੇ ਸੀ ਬਹਾਦਰ ਸ਼ਾਹ ਜੀ। ਅੱਛਾ ਜੀ। ਸਰਹੰਦ ਦੀ ਜਿੱਤ ਤੋਂ ਬਾਅਦ ਪਹਿਲਾਂ ਬਹਾਦਰ ਸ਼ਾਹ ਦੂਜੇ ਪਾਸੇ ਹੋਰ ਪਾਸੇ ਫਸਿਆ ਸੀ, ਉਹਨੂੰ ਜਦ ਮੈਸੇਜਸ ਗਏ ਵੀ ਆਹ ਤਾਂ ਕੰਮ ਰਿਹਾ, ਉਹ ਸਾਰਾ ਨਾਰਦਰਨ ਇੰਡੀਆ ਤਾਂ ਸਾਰਾ ਹੀ ਜਿਹੜਾ ਹੈਗਾ ਆਜ਼ਾਦ ਹੋ ਚੱਲਿਆ, ਉਹ ਫਿਰ ਬਹਾਦਰ ਸ਼ਾਹ ਵਿੱਚੇ ਛੱਡ ਕੇ ਪੰਜਾਬ ਵੱਲ ਨੂੰ ਆ ਗਿਆ ਜੀ। ਅੱਛਾ, ਫੌਜਾਂ ਲੈ ਕੇ। ਅੱਛਾ, ਇਹ ਪਹਿਲੀ ਵਾਰ ਆ ਜਿਸ ਵੇਲੇ ਸ਼ਾਹੀ ਫੌਜਾਂ ਫਿਰ ਪੰਜਾਬ ਦੇ ਵਿੱਚ ਆਈਆਂ। ਜਿਹੜੀਆਂ ਪਹਿਲੀਆਂ ਸਾਰੀਆਂ ਲੜਾਈਆਂ ਹੋਈਆਂ ਗੁਰੂ ਸਾਹਿਬ ਦੇ ਟਾਈਮ ਵਿੱਚ ਵੀ ਉਹ ਵਜ਼ੀਰ ਖਾਂ ਹੀ ਲੜਦਾ ਰਿਹਾ, ਇੱਥੇ ਦੇ ਲੋਕਲ ਫੌਜੀ ਜਿਹੜੇ ਉਹੀ ਲੜਦੇ ਗਏ, ਜਾਂ ਜਿਹੜੇ ਜਗੀਰਦਾਰ ਸੀਗੇ, ਜਗੀਰਦਾਰਾਂ ਦੇ ਕੋਲ ਆਪਣੀਆਂ ਵੀ ਉਹਨੇ ਛੋਟੀਆਂ ਫੌਜਾਂ ਬਣਾਈਆਂ ਸੀਗੀਆਂ, ਛੋਟੇ ਬੰਦੇ ਰੱਖੇ ਹੋ ਸੀਗੇ ਜਿਹੜੇ ਮੁਜ਼ਾਹਰਿਆਂ ਨੂੰ ਵੀ ਕੰਟਰੋਲ ਕਰਦੇ ਸੀ, ਕੋਈ ਮੁਜ਼ਾਹਰਾ ਤੋੜਫੜ ਕਰਦਾ ਸੀ ਤਾਂ ਉਹਨੂੰ ਠੀਕ ਕਰਦੇ ਸੀਗੇ, ਉਹ ਜਿੱਦਾਂ ਜੋ ਪਿੰਡਾਂ 'ਚ ਹੁੰਦੇ ਆ ਜਿਹੜੇ ਬਦਮਾਸ਼ ਰੱਖੇ ਹੋ ਜਿੱਦਾਂ ਹੁੰਦੇ ਆ, ਉਹ ਲੜਦੇ ਸੀਗੇ, ਜਾਂ ਵਜ਼ੀਰ ਖਾਂ ਲੜਦਾ। ਸ਼ਾਹੀ ਫੌਜਾਂ ਤਾਂ ਅਸੀਂ ਪੰਜਾਬ 'ਚ ਆਈਆਂ ਜੀ, ਉਦੋਂ ਫਿਰ ਸ਼ਾਹੀ ਫੌਜਾਂ ਆਈਆਂ ਜੀ। ਅੱਛਾ ਜੀ, ਸ਼ਾਹੀ ਫੌਜਾਂ ਆਈਆਂ ਤੇ ਸ਼ਾਹੀ ਫੌਜਾਂ ਨੇ ਜਾ ਕੇ ਉੱਥੇ ਇਹਨ ਕੀਤਾ, ਬਹਾਦਰ ਸ਼ਾਹ ਨੇ ਕੀਤਾ। ਬਹਾਦਰ ਸ਼ਾਹ ਆਪ ਕਮਜ਼ੋਰ ਹੋਇਆ ਸੀਗਾ ਜੀ, ਇਹ ਮਗਰੋਂ ਤਾਂ ਆ ਕੇ ਕਹਿੰਦੇ ਉਹਦਾ ਦਿਮਾਗ ਹੀ ਹਿੱਲ ਗਿਆ ਸੀ, ਹੋਰ ਇਸ ਤਰ੍ਹਾਂ ਦੇ ਆਰਡਰ ਕਰਨ ਲੱਗ ਪਿਆ ਸੀ, ਕੁੱਤੇ ਮਾਰ ਦਿਓ ਸਾਰੇ, ਇੱਦਾਂ ਦੇ ਆਰਡਰ ਇਹਦੇ ਹੋਏ। ਬਹਾਦਰ ਸ਼ਾਹ ਤੋਂ ਬਾਅਦ ਇਹ ਮਰ ਗਿਆ ਜੀ, ਬਹਾਦਰ ਸ਼ਾਹ ਮਰ ਗਿਆ ਫਿਰ 1700 ਮੇਰਾ ਖਿਆਲ 12 ਦੇ ਵਿੱਚ। ਉਹ ਬਿਮਾਰ ਹੋ ਕੇ ਮਰਿਆ ਜਾਂ ਜੰਗ 'ਚ ਹੀ ਮਰ ਗਿਆ? ਉਹ ਇਨਸੇਨ ਜਿਹਾ ਹੋ ਗਿਆ ਸੀ ਜੇ ਕਹਿੰਦੇ ਜਾ ਕੇ, ਜੰਗ 'ਚ ਨਹੀਂ ਮਰਿਆ, ਇਨਸੇਨ ਜਿਹਾ ਹੋ ਗਿਆ ਉਹ। ਇਹਨਾਂ ਦੌਰਾਨ ਦੇ ਇਹਨਾਂ 2 ਸਾਲਾਂ ਦੇ ਵਿੱਚ ਬੰਦੇ ਨੇ ਇਹਨਾਂ ਸਰਹੰਦ ਤੋਂ ਬਾਅਦ ਦੁਆਬੇ ਦੇ ਵਿੱਚ, ਦੁਆਬੇ ਤੋਂ ਬਾਅਦ ਫਿਰ ਇਹ ਆਪਣਾ ਇਹਨੇ ਬਣਾ ਲਿਆ ਲੋਹਗੜ੍ਹ, ਜਿਹੜਾ ਆਪਣਾ ਹੈੱਡਕੁਆਟਰ ਬਣਾ ਲਿਆ, ਉਹਨੂੰ ਕੈਪੀਟਲ ਬਣਾ ਲਿਆ। ਕੈਪੀਟਲ ਲੋਹਗੜ੍ਹ ਹੁਣ ਕਹਿ ਸਕਦੇ ਹਾਂ, ਜਿੱਦਾਂ ਹਰਿਆਣੇ ਦੀ ਤਾਂ ਹਿਮਾਚਲ ਦੀ ਹੱਦ ਜੇ ਨਾਨ ਦੇ ਕੋਲ ਇਹ ਲੋਹਗੜ੍ਹ ਪੈਂਦਾ ਉੱਥੋਂ। ਅਤੇ ਨਾਲੇ ਨਾਲ ਇੱਕ ਹੋਰ ਬੜੀ ਗੱਲ ਸੀ, ਜਿਨ੍ਹਾਂ ਇਲਾਕਿਆਂ ਨੂੰ ਬੰਦਾ ਬਹਾਦਰ ਜਿੱਤਦਾ ਗਿਆ ਉਹਨਾਂ ਦਾ ਨਾਲੇ ਨਾਲ ਪ੍ਰਬੰਧ ਕਰਦਾ ਗਿਆ। ਪਟਵਾਰੀ ਆਪਣੇ ਲਾਏ ਗਏ, ਕਾਨੂੰਗੋ ਆਪਣੇ ਲਾਏ ਗਏ, ਸੂਬੇਦਾਰ ਆਪਣੇ ਲਾਏਗਾ, ਬਾਜਸੋਂ ਕਿਤੇ ਲਾਤਾ, ਫਤਿਹ ਸੋ ਕਿਤੇ ਲਾਤਾ, ਉਹਨਾਂ ਦਾ ਐਡਮਿਨਿਸਟ੍ਰੇਟਿਵ ਪ੍ਰਬੰਧ ਕੀਤਾ ਨਾਲ। ਅੱਛਾ ਜੀ, ਹਾਂਜੀ, ਨਾਲ ਪ੍ਰਬੰਧ ਕੀਤਾ ਆਪਣੇ ਬੰਦੇ। ਬਹੁਤੇ ਤਾਂ ਇੱਕ ਐਸੇ ਵੀ ਰਹੇ ਆ ਜਿਹੜੇ ਫਰਜ਼ ਕਰ ਲਓ ਅਹਿਲਕਾਰਾਂ ਨੇ ਈਣ ਮੰਨ ਲਈ, ਉਹ ਛੱਡ ਵੀ ਦਿੱਤੇ ਗਏ ਵੀ ਚਲੋ ਤੁਸੀਂ ਜੇ ਕੋਈ ਪਟਵਾਰੀ ਆ ਗਿਆ ਜੇ ਅਸੀਂ ਤਾਂ ਤੁਹਾਡੇ ਨਾਲ ਹੀ ਆ, ਤੂੰ ਇਸੇ ਉਹਦੇ 'ਤੇ ਰਹਿ, ਤੂੰ ਕਰੀ ਜਾ, ਜ਼ਮੀਨ ਨੂੰ ਕਬਜ਼ਾ ਕਰ, ਹਾਂ ਉਹਨਾਂ ਦੇ ਤਾਂ ਜ਼ਮੀਨ ਕਰੀ ਜਾ ਕੇ। ਸੋ ਇਸ ਤਰ੍ਹਾਂ ਉਹ ਸਾਰੇ ਇਲਾਕੇ ਦਾ ਪ੍ਰਬੰਧ ਕਰਦਾ ਗਿਆ, ਜਿੱਥੇ ਆਪਣੇ ਬੰਦੇ ਕਰਕੇ ਫਿਰ ਅੱਗੇ ਵੱਧਦੇ ਗਏ ਨਾਲੇ ਨਾਲ। ਤਾਂ ਹੀ ਜਿੱਦਾਂ ਕਈ ਵਾਰ ਆਉਂਦਾ ਵੀ ਹੀ ਵਾਜ਼ ਅ ਗੁੱਡ ਐਡਮਿਨਿਸਟ੍ਰੇਟਰ ਟੂ ਐਡਮਿਨਿਸਟ੍ਰੇਟਰ। ਫਿਰ ਉਹਨਾਂ ਬੰਦੇ ਨੇ ਆਪਣੇ ਕੁਆਇਨ ਵੀ ਛਾਪੇ ਕੀਤੇ, ਉੱਥੇ ਛਾਇਆ ਕੀਤੇ, ਸਿੱਕਾ ਚਲਾਇਆ, ਆਪਣੇ ਨਾਂ ਦਾ ਸਿੱਕਾ ਨਹੀਂ ਚਲਾਇਆ ਗੁਰੂ ਨਾਨਕ ਦੇਵ, ਹਾਂ ਗੁਰੂਆਂ ਦੇ ਨਾਂ 'ਤੇ ਸਿੱਕਾ ਚਲਾਇਆ, ਆਪਣੇ ਨਾਂ ਦਾ ਸਿੱਕਾ ਨਹੀਂ ਚਲਾਇਆ। ਉੱਥੋਂ ਫਿਰ ਜਿਸ ਵੇਲੇ ਇਹ ਸਾਰੇ ਇਲਾਕੇ ਦਾ ਪ੍ਰਬੰਧ ਕਰਕੇ ਉਹਨੂੰ ਹੈੱਡਕੁਆਟਰ ਬਣਾ ਕੇ ਫਿਰ ਇਹ ਮੁਗਲ ਫੌਜਾਂ ਆਉਂਦੀਆਂ ਅੱਗੇ ਜੀ। ਅਤੇ ਇਹਨਾਂ 2 ਸਾਲਾਂ ਵਿੱਚ ਬੰਦਾ ਵਿੱਚੇ ਦੁਆਬਾ, ਵਿੱਚੇ ਮਾਝੇ ਤੱਕ ਇਹ ਸਾਰੇ ਇਲਾਕੇ ਦੇ ਵਿੱਚ ਕਰਕੇ ਫਿਰ ਜਦ ਪ੍ਰੈਸ਼ਰ ਪਿਆ ਬਹੁਤ, ਫਿਰ ਇਹ ਪਹਾੜੀ ਇਲਾਕੇ ਜਾ ਵੜੇ। ਅੱਛਾ, ਜਦੋਂ ਸ਼ਾਹੀ ਫੌਜਾਂ ਦਾ ਪ੍ਰੈਸ਼ਰ ਪਿਆ ਫਿਰ ਪਹਾੜੀ ਇਲਾਕੇ ਵਿੱਚ ਚਲੇ ਗਏ ਜਾ ਕੇ। ਪਹਾੜੀ ਇਲਾਕੇ ਦੇ ਵਿੱਚ ਜਿਸ ਵੇਲੇ ਜਾਂਦੇ ਆ ਜੀ, ਉੱਥੇ ਪਹਾੜੀ ਇਲਾਕੇ ਦੇ ਵਿੱਚ ਉਹ ਜਿਹੜੇ ਪਹਾੜੀ ਰਾਜੇ ਗੁਰੂ ਸਾਹਿਬ ਦੇ ਨਾਲ ਲੜਦੇ ਹੁੰਦੇ ਸੀ, ਉਹਨਾਂ ਸਾਰਿਆਂ ਨੂੰ ਜਾ ਕੇ ਹਰਾਇਆ, ਉਹਨਾਂ ਦੇ ਇਲਾਕਿਆਂ 'ਤੇ ਕਬਜ਼ੇ ਕੀਤੇ ਜਾ ਕੇ, ਉਹਨਾਂ ਦੇ ਇਲਾਕਿਆਂ ਦੇ ਵੀ ਜਿਹੜੇ ਉਹਨਾਂ ਦੇ ਬੰਦੇ ਸੀ ਉਹ ਵੀ ਆਜ਼ਾਦ ਕਰਵਾਏ ਜਾ ਕੇ। ਇਹ ਸਾਰੇ ਕਰਦੇ ਬਾਰੇ ਵੱਧਦੇ ਗਏ ਅਤੇ ਇਹ ਲਾਹੌਰ ਤੱਕ ਆਏ। ਲਾਹੌਰ ਵਿੱਚ ਨਹੀਂ ਗਏ, ਲਾਹੌਰ ਤੱਕ ਆਏ। ਲਾਹੌਰ ਦੇ ਵਿੱਚ ਓਕੇਜਨਲੀ ਹਮਲੇ ਕੀਤਾ ਹਮਲਾ ਦੌੜ ਗਏ, ਪਰ ਲਾਹੌਰ ਕਬਜ਼ੇ 'ਚ ਨਹੀਂ ਆਇਆ, ਨਾ ਹੀ ਨਹੀਂ ਯਤਨ ਕੀਤਾ ਕਰਨ ਦਾ ਜਾ ਕੇ, ਅੱਗੇ ਚਲੇ ਗਏ। ਇਹ ਫਿਰ ਉੱਥੇ ਸ਼ਾਹੀ ਫੌਜਾਂ ਜਿਸ ਵੇਲੇ ਬਹਾਦਰ ਸ਼ਾਹ ਦੀ ਮੌਤ ਹੋਈ, ਬਹਾਦਰ ਸ਼ਾਹ ਦੀ ਮੌਤ ਤੋਂ ਬਾਅਦ ਉਹਦਾ ਆਪਣਾ ਜਿਹੜਾ ਇੱਕ ਮੁੰਡਾ ਜਹਾਂਦਾਦ ਖਾਂ ਆ ਗਿਆ ਜੀ। ਜਹਾਂਦਾਦ ਖਾਂ ਨੇ 10 ਕੁ ਮਹੀਨੇ ਰਾਜ ਕੀਤਾ। ਜਹਾਂਦਾਦ ਖਾਂ ਨੂੰ ਫਿਰ ਉਹਦੇ ਭਤੀਜੇ ਫਰਖਸੀਰ ਨੇ ਹਰਾ ਕੇ ਰਾਜ ਆਪਣੇ ਕਬਜ਼ੇ 'ਚ ਕਰ ਲਿਆ। ਇਹ ਫਰਖਸੀਰ ਫਿਰ ਬੈਠਾ, ਇਹਨੇ ਫਿਰ ਸੀਰੀਅਸਲੀ ਲਿਆ ਸੀ। ਹੁਣ ਫਰਖਸੀਰ ਨੂੰ ਜਿਹੜਾ ਸੀ, ਫਰਖਸੀਰ ਨੇ ਫਿਰ ਪੰਜਾਬ ਦੇ ਵਿੱਚ ਇਹ ਸਾਰੇ ਕਰਕੇ ਉਹਨੇ ਅਬਦੁਲ ਸਮਦ ਖਾਂ ਲਾਇਆ ਗਵਰਨਰ, ਔਰ ਵਿਦ ਸਟ੍ਰਿਕਟ ਇੰਸਟਰਕਸ਼ਨ ਵੀ ਇਹ ਜਿਹੜਾ ਹੈਗਾ ਇਹ ਹਰ ਹਾਲਤ ਦੇ ਵਿੱਚ ਬੰਦਾ ਫੜ ਹੋਣਾ ਚਾਹੀਦਾ, ਮਾਰਿਆ ਜਾਣਾ ਚਾਹੀਦਾ, ਔਰ ਇਹ ਮੂਵਮੈਂਟ ਕ੍ਰਸ਼ ਹੋਣੀ ਚਾਹੀਦੀ ਹੈ। ਉਸ ਟਾਈਮ ਦੇ ਵਿੱਚ ਫਿਰ ਸਿੱਖਾਂ 'ਤੇ ਜ਼ਿਆਦਤੀਆਂ ਵੀ ਬਹੁਤ ਹੋਈਆਂ, ਜਿੱਦਾਂ ਬਹੁਤ ਜ਼ੁਲਮ ਹੋਇਆ, ਬਹੁਤ ਬੰਦੇ ਮਾਰੇ ਗਏ, ਉਹ ਕਰਦੇ ਗਏ। ਇਹ ਕਰਦੇ ਇਹ ਬੰਦੇ ਨੂੰ ਫਿਰ ਜਿਸ ਬੰਦੇ ਨੂੰ ਪੁਸ਼ ਕਰਦੇ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਇੱਕ ਫਿਰ ਗੁਰਦਾਸ ਨੰਗਲ ਦੀ ਹਵੇਲੀ ਜਿਹੀ ਸੀ, ਉਹਦੇ ਵਿੱਚ ਇਹ ਘੇਰੇ ਗਏ। ਅੱਛਾ,
ਕਿਉਂਕਿ ਫਿਰ ਸ਼ਾਹੀ ਫੌਜਾਂ ਆ ਗਈਆਂ। ਦੇਖੋ ਇਹ ਮੈਂ ਗੱਲ ਕਲੀਅਰ ਕਰ ਦੇਵਾਂ ਵੀ ਬੰਦੇ ਨੇ ਜਿਹੜੀਆਂ ਪੰਜਾਬ ਦੀਆਂ ਲੋਕਲ ਫੌਜਾਂ ਸੀ ਉਹ ਤਾਂ ਸਾਰੀਆਂ ਹਰਾ ਦਿੱਤੀਆਂ ਸੀ, ਪਰ ਸ਼ਾਹੀ ਫੌਜਾਂ ਜਿਹੜੀਆਂ ਸ਼ਾਹੀ ਫੌਜਾਂ ਨੇ ਹਰਾ ਹੋਈਆਂ। ਉਹਨਾਂ ਕੋਲੇ ਸਮਗਰੀ ਜ਼ਿਆਦਾ ਸੀ, ਉਹਨਾਂ ਕੋਲ ਸਮਗਰੀ ਜ਼ਿਆਦਾ ਸੀ, ਜੋ ਸੀ ਸ਼ਾਹੀ ਫੌਜਾਂ ਨੇ ਉੱਥੇ ਫਿਰ ਘੇਰ ਲਿਆ ਗੁਰਦਾਸ ਨੰਗਲ ਦੀ ਇੱਕ ਹਵੇਲੀ ਜਿਹੀ ਦੇ ਵਿੱਚ। ਉਹ ਬੜੀ ਲੰਮੀ ਲੜਾਈ ਹੋਈ ਉੱਥੇ, ਬੜੀ ਇਹ ਫਿਰ ਗੱਲ ਆ ਜਾਂਦੀ ਆ 1715 'ਚ ਘੇਰਾ ਪਿਆ ਉੱਥੇ। ਉਹ ਘੇਰਾ ਕਿੰਨਾ ਕਈ ਮਹੀਨੇ ਚੱਲਿਆ ਤਾਂ ਉੱਥੇ ਬਾਬਾ ਵਿਨੋਦ ਸਿੰਘ ਨਾਲ ਝਗੜਾ ਵੀ ਹੋਇਆ। ਉਹਨੇ ਕਿਹਾ ਵੀ ਨਿਕਲ ਚਲੀਏ, ਬੰਦੇ ਨੇ ਕਿਹਾ ਨਹੀਂ ਨਿਕਲਣਾ, ਆਪਸ ਵਿੱਚ ਲੜਾਈ ਝਗੜਾ ਵੀ ਹੋਇਆ ਇਹਨਾਂ ਦਾ ਜੀ। ਸੋ ਉੱਥੋਂ ਜਾ ਕੇ ਗੁਰਦਾਸ ਨੰਗਲ ਦੀ ਲੜਾਈ ਦੇ ਵਿੱਚ ਸਿੱਖਾਂ ਨੂੰ ਰਸਤ ਵੀ ਹੋਏ, ਕਹਿੰਦੇ ਘੋੜੇ ਮਾਰ ਕੇ ਵੀ ਖਾਧੇ, ਦਰਖਤਾਂ ਦੀਆਂ ਛਿੱਲਾਂ ਵੀ ਖਾਧੇ, ਪੱਤੇ ਵੀ ਖਾਧੇ, ਬਹੁਤ ਔਖੇ ਹੋਏ। ਪਰ ਇਵੈਂਚੁਅਲੀ ਜਿਹੜਾ ਸੀ ਉਹਨੇ ਫਿਰ ਉੱਥੇ ਕਬਜ਼ਾ ਕਰ ਲਿਆ। ਅੱਛਾ, ਉਹਨੇ ਫਿਰ ਬਾਬਾ ਬੰਦਾ ਬਹਾਦਰ ਨੂੰ ਜਿਹੜਾ ਹੈਗਾ ਤੇ ਉਹਦੇ ਸਾਥੀਆਂ ਦੇ ਨਾਲ ਕੈਦ ਕਰ ਲਿਆ ਜੀ। ਕੈਦ ਕਰਕੇ ਕਿਉਂਕਿ ਰੌਲਾ ਇਸ ਗੱਲ ਦੇ ਉੱਤੇ ਸੀਗਾ ਜਾ ਕੇ ਵੀ ਬਾਬਾ ਬੰਦਾ ਬਹਾਦਰ ਜਿਹੜਾ ਉੜ ਜਾਂਦਾ ਹੈ ਤਾਂ ਕਿ ਉਹਨੂੰ ਫਿਰ ਪਿੰਜਰੇ ਦੇ ਵਿੱਚ ਰੱਖਿਆ ਗਿਆ, ਨਾਲ ਬੇੜੀਆਂ ਪਾਈਆਂ ਗਈਆਂ, ਕੜੀਆਂ ਪਾਈਆਂ ਗਈਆਂ। ਫਿਰ ਜਾ ਕੇ ਉਹਨਾਂ ਨੂੰ ਇਹ ਫਿਰ ਬਹੁਤ ਆਪਣੇ ਆਪ ਦੇ ਵਿੱਚ ਇੱਕ ਬੜਾ ਵੀ ਕਿੱਦਾਂ ਸ਼ਹੀਦੀ ਹੋਈ। ਉੱਥੋਂ ਲਿਜਾ ਕੇ ਫਿਰ ਇਹ ਦਿੱਲੀ ਲਿਜਾਂਦੇ ਆ ਜੀ ਉਹਨਾਂ ਨੂੰ। ਦਿੱਲੀ ਲਿਜਾਂਦੇ ਆ ਤਾਂ ਕਈ 100 ਜਾਂ ਕਈ ਹਜ਼ਾਰ ਸਿੱਖ ਆ, ਸਿੱਖਾਂ ਦੇ ਜਿਹੜੇ ਆਪਣੇ ਉਹਨਾਂ ਦੇ ਹੈੱਡ ਸੇ ਕੱਟੇ ਉਹ ਹੈੱਡ ਉਹ ਗੱਡਿਆਂ 'ਤੇ ਲੱਦ ਕੇ, ਊਂਟਾਂ 'ਤੇ ਲੱਦ ਕੇ ਸਿੱਖ ਬਿਠਾਲੇ ਗਏ। ਕਈ ਉੱਥੇ ਲਿਜਾ ਕੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਉੱਥੇ ਦਿੱਲੀ ਦੇ ਵਿੱਚ ਲਗਾਏ ਜੀ। ਦਿੱਲੀ ਦੇ ਵਿੱਚ ਫਿਰ ਬੜਾ ਪ੍ਰਚਾਰ ਕੀਤਾ ਗਿਆ, ਬੜੇ ਲੋਕ ਇਕੱਠੇ ਕੀਤੇ ਗਏ। ਉਹਨਾਂ ਦੇ ਸਾਹਮਣੇ ਵਾਰੀ-ਵਾਰੀ ਹਰ 100 ਸਿੱਖ ਰੋਜ਼ ਮਾਰੇ ਉੱਥੇ ਕਤਲ ਕੀਤਾ ਜਾਂਦਾ ਸੀਗਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਫਿਰ ਲਿਆਂਦਾ ਗਿਆ ਜੀ। ਉਹਨੂੰ ਫਿਰ ਜਿੱਦਾਂ ਉਹ ਕਹੇ ਜਾਂਦੇ ਵੀ ਆਪਸ਼ਨ ਦਿੱਤੀ ਗਈ ਵੀ ਤੂੰ ਸਰੈਂਡਰ ਕਰ ਜਾ ਜਾਓ, ਨਹੀਂ ਮੰਨਿਆ। ਫਿਰ ਬਾਬਾ ਬੰਦਾ ਸਿੰਘ 'ਤੇ ਇਹ ਜਿਹੜੀ ਗੱਲ ਆ ਇਹ ਬਹੁਤ ਜਿੱਦਾਂ ਕਹਿੰਦਾ ਜ਼ੁਲਮ ਵਾਲੀ ਗੱਲ ਆ। ਫਿਰ ਉਹਦਾ ਆਪਣਾ ਇੱਕ ਬੱਚਾ ਸੀ ਅਜੇ ਸਿੰਘ 4-5 ਸਾਲ ਦਾ, ਉਹਨੂੰ ਕਤਲ ਕਰਕੇ ਬੰਦਾ ਸਿੰਘ ਨੂੰ ਕਿਹਾ ਵੀ ਇਹਨੂੰ ਕਤਲ ਕਰ। ਉਹ ਹੀ ਰਿਫਿਊਜ਼ਡ, ਉਹਨੇ ਕਿਹਾ ਮੈਂ ਨਹੀਂ ਕਤਲ ਕਰਨਾ ਜਾ ਕੇ। ਉਹ ਜਦ ਨਹੀਂ ਫਿਰ ਉਹਦੇ ਸਾਹਮਣੇ ਕਤਲ ਕਰਕੇ ਉਹਦਾ ਦਿਲ ਕੱਢ ਕੇ ਬੰਦੇ ਦੇ ਮੂੰਹ ਦੇ ਵਿੱਚ ਦਿੱਤਾ। ਬੜਾ ਘਿਨਾਉਣੀ ਗੱਲ ਹੈ, ਹੁਣ ਕਰਨੀ ਵੀ ਔਖੀ ਆ। ਲੈਟ ਅਸ ਲੀਵ ਇਟ, ਇਹਨੂੰ ਛੱਡ ਦਈਏ ਆਪਾਂ, ਠੀਕ ਹੈ ਨਾ ਜੀ। ਇਹ ਉਹ ਉੱਥੇ ਉਹ ਜੀ 1716 ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਦਾ ਗਿਆ ਉੱਥੇ ਜਾ ਕੇ। ਹੁਣ ਇਹ ਜਿਹੜੀ ਹੈ ਇਹ ਸਾਰੀ ਜਿਹੜੀ ਹੈਗੀ ਆ ਕਹਾਣੀ ਹੈਗੀ ਆ ਉਸ ਸਮੇਂ, ਪਰ ਉਹ ਸ਼ਹੀਦ ਹੋ ਗਏ। ਪਰ ਉਹ ਪੰਜਾਬ ਦੀ ਜਿਹੜੀ ਕਿਸਾਨੀ ਸੀਗੀ, ਉਹ ਪੰਜਾਬ ਦੀ ਕਿਸਾਨੀ ਨੂੰ ਕਬਜ਼ੇ ਦਵਾ ਗਏ। ਅੱਛਾ, ਹੁਣ ਕੀ ਹੋਇਆ ਜੀ? ਹੁਣ ਕਈ ਬੰਦੇ, ਇੱਕ ਬੰਦੇ ਦਾ ਮੈਨੂੰ ਸਵਾਲ ਹੈ ਵੀ ਜਗੀਰਦਾਰੀ ਤਾਂ ਬਾਅਦ 'ਚ ਵੀ ਰਹੀ ਹੈ ਜੀ। ਤੁਸੀਂ ਕਹਿੰਦੇ ਆ ਜਾ ਕੇ ਵੀ ਉਹ ਲਿਬਰੇਟ ਕਰਤੇ, ਉਹ ਹੋਇਆ ਕਿੱਦਾਂ ਜਾ ਕੇ? ਇੱਕ ਤਾਂ ਇਹ ਆ ਵੀ ਜਿਸ ਵੇਲੇ ਬੰਦਾ ਸਿੰਘ ਬਹਾਦਰ ਦਾ ਡਾਊਨਫਾਲ ਆ ਗਿਆ, ਮਾਰੇ ਗਏ, ਉਸ ਵੇਲੇ ਕਈਆਂ ਜ਼ਿਮੀਂਦਾਰਾਂ ਨੇ ਫਿਰ ਕਬਜ਼ੇ ਕਰ ਲਏ। ਸਾਰਿਆਂ ਨੇ ਨਹੀਂ, ਕਈਆਂ ਨੇ ਕਰ ਲਏ ਕਿਉਂਕਿ ਸਟੇਟ ਦੀ ਮਦਦ ਵੀ ਸੀਗੀ ਜਾ ਕੇ। ਪਰ ਸਟੇਟ ਬਹੁਤਾ ਕੁਝ ਕਰ ਨਹੀਂ ਸਕੀ ਕਿਉਂਕਿ ਸਟੇਟ ਆਪ ਬਹੁਤ ਕਮਜ਼ੋਰ ਹੋਈ ਸੀ। ਕਿਉਂਕਿ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗਲ ਸਰਕਾਰ ਨਾਮ ਨਹਾਦ ਦੀ ਰਹਿ ਗਈ ਸੀ, ਉਹਨਾਂ ਦੀ ਸ਼ਕਤੀ ਬਹੁਤ ਘੱਟ ਗਈ ਸੀ। ਉਹਨਾਂ 'ਚ ਇੰਨੀ ਸ਼ਕਤੀ ਨਹੀਂ ਹੈ ਵੀ ਪਿੰਡ ਜਾ ਕੇ ਮੁਜ਼ਾਹਰਿਆਂ ਨੂੰ ਦਬਾਉਣ ਜਾ ਕੇ। ਪਰ ਕਈਆਂ ਜਗ੍ਹਾ ਦੇ ਉੱਤੇ ਫੇਰ ਵੀ ਉਹ ਜਿਹੜੇ ਆ ਕਾਬਜ਼ ਹੋ ਗਏ ਸੀਗੇ ਜਗੀਰ ਦਾ। ਇੱਕ ਉਹ ਹੋ ਗਏ ਸੀ, ਇੱਕ ਬਾਅਦ ਦੇ ਵਿੱਚ ਜਾ ਕੇ ਮਿਸਲ ਪੀਰੀਅਡ ਵਿੱਚ ਰਣਜੀਤ ਸਿੰਘ ਦੇ ਵਿੱਚ ਦੁਬਾਰਾ ਜਗੀਰਾਂ ਵੀ ਦਿੱਤੀਆਂ ਗਈਆਂ, ਉਹ ਜਗੀਰਦਾਰ ਹੋ ਗਏ। ਇਸ ਕਰਕੇ ਜਗੀਰਦਾਰੀ ਕੁਛ ਹੱਦ ਤੱਕ ਕਾਇਮ ਰਹੀ। ਪਰ ਮੋਟੇ ਤੌਰ 'ਤੇ ਜਿਹੜੇ ਹੁਣ ਅੱਜ ਪੰਜਾਬ ਦੇ ਜ਼ਿਮੀਂਦਾਰ ਜਾਂ ਜਿਹੜੇ ਜ਼ਮੀਨਾਂ ਦੇ ਮਾਲਕ ਆ, ਇਹਨਾਂ ਬਾਰੇ ਮੈਂ ਇਹ ਕਹਿ ਸਕਦਾ ਵੀ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਵੀ ਇਹ ਸਾਰੀ ਜ਼ਮੀਨਾਂ ਦੀ ਜਿਹੜੀ ਮਲਕੀਅਤ ਸਾਨੂੰ ਜਾਂ ਤੁਹਾਨੂੰ ਮਿਲੀ ਆ, ਇਹ 1699 ਦੀ ਵਿਸਾਖੀ ਦਾ ਹੀ ਕ੍ਰਿਸ਼ਮਾ ਆ, ਜਿੱਥੋਂ ਗੁਰੂ ਸਾਹਿਬ ਨੇ ਫੈਸਲਾ ਕਰ ਲਿਆ ਸੀ ਵੀ ਜ਼ਮੀਨ ਹਲਵਾਹਕ ਨੂੰ ਜਾਊਗੀ। ਇਹ ਜ਼ਮੀਨੀ ਸੁਧਾਰ ਦੀ ਲੜਾਈ ਸੀਗੀ, ਇਹ ਜਗੀਰਦਾਰੀ ਦੇ ਖਿਲਾਫ ਲੜਾਈ ਸੀਗੀ। ਇਹ ਕੋਈ ਧਾਰਮਿਕ ਲੜਾਈ ਨਹੀਂ ਸੀ। ਇਹਨੂੰ ਇਸ ਕਿਸਮ ਦੀ ਰੰਗਤ ਜਿਹੜੀ ਹੈਗੀ ਆ ਉਹ ਦੇਣੀ ਮੇਰੇ ਖਿਆਲ ਦੇ ਵਿੱਚ ਹਿਸਟੋਰੀਕਲੀ ਠੀਕ ਨਹੀਂ ਹੈ। ਧਾਰਮਿਕ ਤੌਰ 'ਤੇ ਜਿੱਦਾਂ ਕਿਸੇ ਦਾ ਸੂਤ ਬਹਿੰਦਾ ਕਰੇ, ਮੇਰਾ ਨਹੀਂ ਉਹਦਾ ਕੋਈ ਮਕਸਦ ਹੈਗਾ ਜਾ ਕੇ ਜੀ। ਅੱਛਾ, ਇੱਕ ਜਿਹੜੀ ਗੱਲ ਹੈਗੀ ਆ ਉਹ ਆਪਾਂ ਹੋਰ ਕਰ ਲਈਏ, ਉਹ ਮੈਂ ਇਹ ਕਰਨੀ ਚਾਹੁੰਦਾ ਸੀਗਾ ਵੀ ਇਹ ਕਿਹਾ ਜਾਂਦਾ ਵੀ ਇਹ ਇੱਕ ਧਾਰਮਿਕ ਲੜਾਈ ਸੀ। ਹੁਣ ਮੈਂ ਥੋੜ੍ਹੇ ਜਿਹੇ ਇਸ 'ਤੇ ਹੋਰ ਗੱਲ ਕਰਨੀ ਚਾਹੁੰਦਾ। ਪੰਜਾਬ ਦੇ ਮੁਸਲਮਾਨ ਨੇ ਬਹੁਤ ਸਾਥ ਦਿੱਤਾ, ਬੰਦੇ ਦਾ ਬਹੁਤ ਸਾਥ ਦਿੱਤਾ। ਹੁਣ ਇਹ ਮੈਂ ਗੱਲ ਕਲੀਅਰ ਕਰਨੀ, ਜਿਹੜੇ ਮੁਜ਼ਾਹਰੇ ਸੀ ਉਹਨਾਂ ਨੇ ਦਿੱਤਾ, ਉਹਨਾਂ ਬਾਕੀ ਮੁਸਲਮਾਨਾਂ ਨੇ ਵੀ ਦਿੱਤਾ। ਕਿਉਂ ਦਿੱਤਾ ਮੈਂ ਦੱਸਦਾ। ਪੰਜਾਬੀ ਜਿਹੜਾ ਮੁਸਲਮਾਨ ਆ, ਇਹ ਪੰਜਾਬ ਦੇ ਮੁਸਲਮਾਨ ਨੂੰ ਜਿਹੜੀ ਦਿੱਲੀ ਦੀ ਸਰਕਾਰ ਸੀ ਉਹ ਇਗਨੋਰ ਕਰਦੀ ਸੀ। ਦਿੱਲੀ ਦੇ ਵਿੱਚ ਤੁਸੀਂ ਇੱਕ ਪੰਜਾਬ ਦਾ ਗਵਰਨਰ ਕਦੇ ਪੰਜਾਬੀ ਮੁਸਲਮਾਨ ਨਹੀਂ ਲਾਇਆ ਗਿਆ, ਉੱਥੋਂ ਆਉਂਦਾ ਹੁੰਦਾ ਸੀ ਗਵਰਨਰ, ਦਿੱਲੀ ਤੋਂ ਗਵਰਨਰ ਆਉਂਦਾ ਸੀ ਦਿੱਲੀ। ਔਰ ਗਵਰਨਰ ਆਉਂਦਾ ਵੀ ਉਹਨਾਂ ਖਾਨਦਾਨਾਂ ਦੇ ਵਿੱਚੋਂ ਸੀ ਜਿਹੜੇ ਖਾਨਦਾਨ ਪਿੱਛੇ ਸ਼ਾਹੀ ਖਾਨਦਾਨਾਂ ਨਾਲ ਤਾਲੁਕ ਰੱਖਦੇ ਸੀ। ਉਹਨਾਂ ਦਾ ਕੋਈ ਤਾਇਆ, ਚਾਚਾ, ਭਣੋਈਆ, ਫਲਾਨਾ ਉਹ ਲਾਏ ਜਾਂਦੇ ਸੀ। ਇਹ ਹੁਣ ਅਬਦੁਲ ਸਮਦ ਖਾਂ ਹੋਣੀ, ਜ਼ਕਰੀਆ ਖਾਂ ਹੋਣੀ, ਇਹ ਪੰਜਾਬੀ ਮੁਸਲਮਾਨ ਨਹੀਂ ਸੀ ਹੈ। ਇਹ ਕਮਰਉਦੀਨ ਜਿਹੜਾ ਸੀਗਾ, ਇਹ ਕਮਰਉਦੀਨ ਤਾਂ ਇਹ ਸਾਡੂ ਸੀਗੇ, ਹੁਣ ਮੈਂ ਦੱਸਦਾ। ਇਹ ਜਿਹੜੇ ਸੀਗੇ ਉਹ ਪ੍ਰਾਈਮ ਮਿਨਿਸਟਰ ਸੀ ਇੱਥੇ, ਇਹ ਪੰਜਾਬੀ ਮੁਸਲਮਾਨ ਨਹੀਂ ਸੀ ਹੈ। ਇਹ ਸਾਰੇ ਉੱਥੇ ਦੇ ਮੁਸਲਮਾਨ ਸੀ, ਉਹ ਇਹਨਾਂ ਨਾਲ ਵਿਤਕਰਾ ਕਰਦੇ ਸੀ ਪੰਜਾਬੀਆਂ ਨਾਲ।
ਉਹ ਤਾਂ ਹੀ ਫਿਰ ਇਹ ਲੜੇ ਉਹਨਾਂ ਦੇ ਤਾਂ ਖਿਲਾਫ। ਹੀ ਉਹਨਾਂ ਦੇ ਖਿਲਾਫ ਲੜੇ, ਕਿਉਂਕਿ ਪੰਜਾਬੀ ਮੁਸਲਮਾਨ ਇਗਨੋਰ ਕੀਤਾ ਦਿੱਲੀ ਵਾਲੇ ਜਿਹੜੇ ਸ਼ਾਹੀ ਖਾਨਦਾਨ ਦੇ ਉੱਤੇ ਸੀਗੇ। ਇਹਨਾਂ ਚੋਂ ਕਿਸੇ ਨੂੰ ਬੜੇ ਅਹੁਦੇ ਨਹੀਂ ਸੀ ਦਿੰਦੇ ਹੈ, ਅੱਛਾ ਜੀ। ਛੋਟੇ ਅਹੁਦੇ ਦਿੰਦੇ ਸੀਗੇ, ਜਿਹੜੇ ਸੀਗੇ ਬੜੇ ਅਹੁਦਿਆਂ ਤੋਂ ਇਹਨਾਂ ਨੂੰ ਮਹਿਰੂਮ ਕਰਦੇ ਸੀਗੇ। ਹੁਣ ਉੱਥੇ ਹੋਰ ਹੋਇਆ ਵੀ ਕਿ ਜਿਹੜਾ ਦਿੱਲੀ ਦੇ ਇਸ ਪਾਸੇ ਵਾਲ ਦਾ ਮੁਸਲਮਾਨ ਆ, ਉਹਨੀ ਜਾ ਕੇ ਆਪਣੇ ਲਾਸਟ ਨੇਮ ਅਰਬੀ ਨਾਂ ਰੱਖਣ ਦੇ ਵਿੱਚ ਜਿਹੜੇ ਹੈਗੇ ਆਪਣੀ ਸਮਝੇ ਸਦੀਕੀ, ਕੁਰੈਸ਼ੀ, ਹਾਸ਼ਮੀ, ਨਾਸਰ, ਇਹ ਜਿਹੜੇ ਨਾਂ ਸੀਗੇ ਉੱਧਰਲੇ ਨਾਂ ਉਹਨੀ ਲਾਏ। ਪੰਜਾਬੀ ਮੁਸਲਮਾਨਾਂ ਨੇ ਨਹੀਂ ਲਾਇਆ। ਇਹਨੀ ਆਪਣੇ ਉਹ ਭੱਟੀ, ਸੰਧੂ, ਗਿੱਲ ਅਜੇ ਤੱਕ ਵੀ ਉਹੀ ਰੱਖਦੇ ਆ। ਇਹਨੀ ਉਹ ਨਾਂ ਨਹੀਂ ਰੱਖੇ। ਇਹਨੀ ਆਪਣੀ ਜਿਹੜੀ ਪੰਜਾਬੀ ਆਇਡੈਂਟੀਟੀ ਸੀ, ਪੰਜਾਬੀ ਜਿਹੜੀ ਇਹਨਾਂ ਉਹ ਹੀ ਨਹੀਂ ਕਾਇਮ ਰੱਖੀ। ਉਹਨੀ ਜਿਹੜੀ ਹੈ ਨਹੀਂ, ਉਹਦਾ ਪਾਰਟ ਬਣੇ ਜਾ ਕੇ। ਪੰਜਾਬੀ ਮੁਸਲਮਾਨ ਨੇ ਸਦਾ ਹੀ ਆਪਣੇ ਆਪ ਨੂੰ ਪੰਜਾਬੀ ਮੁਸਲਮਾਨ ਸਮਝਿਆ। ਉਹ ਕਦੇ ਉਹਦਾ ਹਿੱਸਾ ਨਹੀਂ, ਹਿੰਦੁਸਤਾਨ ਦੀ ਹਕੂਮਤ ਦਾ ਹਿੱਸਾ ਹੈ, ਉਹਦੀ ਉੱਦਾਂ ਫੀਲ ਨਹੀਂ ਕੀਤਾ ਹੁਣ ਜਾ ਕੇ। ਉਹ ਇੱਦਾਂ ਸਮਝਦਾ ਰਿਹਾ ਵੀ ਨਹੀਂ ਮੇਰੇ ਨਾਲ ਜ਼ਿਆਦਤੀ ਕਰਦੇ ਆ ਇਹ ਜਾ ਕੇ। ਉਹ ਉਰਦੂ ਬੋਲਦੇ ਸੀ, ਇਹ ਪੰਜਾਬੀ ਬੋਲਦੇ। ਉਹ ਪੰਜਾਬੀ ਬੋਲਦੇ। ਇਹਨਾਂ ਨਾਲ ਵਿਤਕਰਾ ਹੁੰਦਾ ਸੀ। ਇਹਨਾਂ ਨੂੰ ਬੜੀਆਂ ਪੋਸਟਾਂ ਤੇ ਨਹੀਂ ਦਿੱਤੇ ਜਾਂਦੇ। ਅਜੇ ਤੁਸੀਂ ਦੇਖੋ ਬੜੀਆਂ ਪੋਸਟਾਂ ਦੇ ਉੱਤੇ ਔਰੰਗਜ਼ੇਬ ਦੇ ਟਾਈਮ ਵਿੱਚ ਹਿੰਦੂ ਰਾਜਪੂਤਾਂ ਨੂੰ ਬੜੀਆਂ ਪੋਸਟਾਂ ਮਿਲ ਜਾਂਦੀਆਂ ਸੀ ਜਿਹੜੇ ਉੱਧਰਲੇ ਪਾਸੇ ਦੇ ਸੀਗੇ। ਅੱਛਾ, ਜੈ ਸਿੰਘ ਦੇਖੋ ਥਿੰਨ ਸਾਹਿਬ, ਇਹ ਇੱਕ ਤਾਂ ਮੈਂ ਕਹਿੰਦਾ ਵੀ ਇਹਨੂੰ ਧਰਮ ਦੀ ਗੱਲ ਨਾ ਕਰੋ ਤੁਸੀਂ ਜਾ ਕੇ। ਔਰੰਗਜ਼ੇਬ ਦੇ ਟਾਈਮ ਦੇ ਵਿੱਚ ਵੀ ਹਿੰਦੂ ਜਰਨੈਲਾਂ ਨੂੰ, ਹਿੰਦੂ ਰਾਜਪੂਤਾਂ ਨੂੰ ਮੁਸਲਮਾਨ ਵਿਦਰੋਹੀਆਂ ਦੇ ਖਿਲਾਫ ਭੇਜਿਆ ਗਿਆ ਲੜਨ ਦੇ ਲਈ, ਔਰ ਉਹਨਾਂ ਨਾਲ ਲੜਿਆ। ਔਰ ਉਹ ਹਿੰਦੂ ਵਜ਼ੀਰ ਉਹ ਸੀ ਜਿਹੜੇ ਉਸ ਇਲਾਕੇ ਦੇ ਸੀਗੇ। ਉਹਦੇ ਵਿੱਚ ਤੁਸੀਂ ਦੇਖੋ ਉੱਥੇ ਦੇ ਇਲਾਕੇ ਜਿਹੜੇ ਰਾਜਪੂਤ ਦੇ ਇਲਾਕੇ ਸੀ, ਉਹ ਮੁਗਲਾਂ ਨਾਲ ਕਈ ਇੱਦਾਂ ਹੁੰਦੇ ਸੀ, ਜਿੱਦਾਂ ਕਹਿ ਲਓ ਕਈ ਵਾਰ ਹੱਕ 'ਚ ਸੇ, ਕੁਛ ਖਿਲਾਫ ਸੇ, ਕੁਛ ਹੱਕ 'ਚ ਸੇ। ਇੱਦਾਂ ਨਹੀਂ ਹੈ ਵੀ ਉਹ ਸਾਰੇ ਹਿੰਦੂ ਖਿਲਾਫ ਸੀਗੇ ਤਾਂ ਉਹ ਹੱਕ 'ਚ ਸੇ। ਹੁਣ ਮੈਂ ਮਨਸਬਦਾਰਾਂ ਦੀ ਗੱਲ ਕਰਦਾ। ਮਨਸਬਦਾਰ ਇੱਕ ਬੜਾ ਅਹੁਦਾ ਹੁੰਦਾ, ਠੀਕ ਹੈ ਨਾ, ਹੁੰਦਾ ਸੀ ਇਹਨਾਂ ਦੇ ਵਿੱਚ। ਜਿਹੜੇ ਜਿੰਨੇ ਹਿੰਦੂ ਮਨਸਬਦਾਰ ਅਕਬਰ ਦੇ ਟਾਈਮ ਵਿੱਚ ਸੇ, ਔਰੰਗਜ਼ੇਬ ਦੇ ਟਾਈਮ ਵਿੱਚ ਉਹ ਤੇ ਵੱਧ ਸੀਗੇ। ਅੱਛਾ ਜੀ। ਹਾਂਜੀ, ਹੁਣ ਮੈਂ ਗਿਣਤੀ ਦੇ ਹਿਸਾਬ ਨਾਲ ਵੀ ਦੱਸ ਦਿੰਦਾ। ਸ਼ਾਹਜਹਾਨ ਦੇ ਟਾਈਮ ਦੇ ਵਿੱਚ ਹਿੰਦੂ ਮਨਸਬਦਾਰ 24% ਸੀਗੇ। ਅੱਛਾ ਜੀ। ਔਰੰਗਜ਼ੇਬ ਦੇ ਟਾਈਮ ਵਿੱਚ 33% ਸੀਗੇ। ਸੋ ਹਿੰਦੂ ਮਨਸਬਦਾਰ ਸਗੋਂ ਵਧੇ ਆ ਔਰੰਗਜ਼ੇਬ ਦੇ ਟਾਈਮ ਵਿੱਚ, ਜਿਹਨੂੰ ਇਹ ਕਿਹਾ ਜਾਂਦਾ ਜੀ ਵੀ ਉਹ ਧਰਮ ਦਾ ਯੁੱਧ ਕਰ ਇੰਨੇ ਜਨੇਊ ਲਾ ਕੇ ਰੋਟੀ ਖਾਂਦਾ ਹੁੰਦਾ ਸੀ। ਮਤਲਬ ਇੱਦਾਂ ਦੀਆਂ ਗੱਲਾਂ ਜਾ ਕੇ ਲੋਕਾਂ ਨੂੰ ਦੱਸੀਆਂ ਜਾਂਦੀਆਂ ਜਾ ਕੇ, ਤਾਂ ਕਿ ਨਫ਼ਰਤ ਫੈਲੇ ਆਪਸ ਵਿੱਚ ਜਾ ਕੇ। ਪਹਿਲੀ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ ਪ੍ਰੋਗਰਾਮ, ਉਹ ਗੱਲ ਫੇਰ ਮੈਂ ਕਲੀਅਰ ਕਰਦਾ ਵੀ ਹਾਕਮ ਨੇ ਤਾਂ ਹਕੂਮਤ ਕਰਨੀ ਆ, ਹੁਣ ਤਾਂ ਰਾਜ ਕਰਨਾ। ਉਹਦੇ ਲਈ ਕੋਈ ਹਿੰਦੂ ਨਹੀਂ ਹੈ, ਕੋਈ ਸਿੱਖ। ਜਿੱਦਾਂ ਤੁਸੀਂ ਕਿਹਾ ਸੀ, ਹੁਣ ਤਾਂ ਆਪਣੇ ਭਰਾ ਵੀ ਮਾਰ ਦੇਣੇ ਆ ਜੇ ਉਹਦਾ ਰਾਜ ਸੱਤਾ ਨੂੰ ਕਿਸੇ ਕਿਸਮ ਦਾ ਵੀ ਖਤਰਾ ਮਾਰੇ ਉਹਨਾਂ ਦੇ ਬਾਅਦ ਉਹਨੇ ਆਪਣੀ ਗੱਦੀ ਵਿੱਚ। ਸੋ ਹਿਸਟਰੀ ਨੂੰ ਇਸ ਐਂਗਲ ਤੋਂ ਦੇਖੋ, ਇਸ ਐਂਗਲ ਤੋਂ ਨਾ ਦੇਖੋ ਜਾ ਕੇ ਵੀ ਆਹ ਹਿੰਦੂ ਆ, ਸਿੱਖ ਆ, ਮੁਸਲਮਾਨ ਆ, ਫਲਾਨਾ ਆ, ਜਾ ਕੇ ਆਹ ਜ਼ਾਲਮ ਆ, ਆਹ ਮਜ਼ਲੂਮ ਆ, ਜਾ ਕੇ ਆਹ ਜਿਹੜਾ ਹਾਕਮ ਆ, ਆਹ ਮਹਿਕੂਮ ਆ। ਇੱਦਾਂ ਚੱਲਦੀ ਹੈ ਹਿਸਟਰੀ ਇੱਦਾਂ ਨਹੀਂ ਚੱਲਦੀ ਹੈ ਜਾ ਕੇ। ਦੇਖੋ ਇੱਕ ਮੈਂ ਹੋਰ ਤੁਹਾਨੂੰ ਗੱਲ ਦੱਸ। ਹੁਣ ਜਿਹੜਾ ਮਜ਼ਹਬ ਆ, ਦੇਸ਼ ਭਗਤੀ ਆ, ਇਹ ਇਨਸਾਨ ਨੇ ਕ੍ਰੀਏਟ ਕੀਤੀ ਹੈ। ਬੰਦੇ ਨੇ ਮਜ਼ਹਬ ਬਣਾਇਆ, ਬੰਦੇ ਨੇ ਦੇਸ਼ ਭਗਤੀ ਬਣਾਈ ਹੈ ਜਾ ਕੇ। ਪਰ ਜਿਹੜੀ ਲਸਟ ਫॉर ਪਾਵਰ ਆ, ਪਾਵਰ ਦੀ ਇੱਛਾ ਬੰਦੇ ਨੇ ਨਹੀਂ ਬਣਾਈ ਹੈ। ਇਹ ਫਿਤਰਤ ਹੈ ਬੰਦੇ ਦੀ, ਇਹ ਪਿੱਛੋਂ ਆਈ ਆ। ਇਹ ਹਰੇਕ ਦੇ ਵਿੱਚ ਹੈ। ਇਹ ਤੁਹਾਡੇ 'ਚ ਵੀ ਆ, ਮੇਰੇ 'ਚ ਵੀ ਆ, ਇਹ ਹਰ ਬੰਦੇ ਵਿੱਚ ਹੈ। ਨਿਆਣਾ ਵੀ ਕੋਈ ਵਾਧੂ ਬੋਲਦਾ ਤਾਂ ਉਹਦੇ ਉੱਤੇ ਜਿਹੜੀ ਨਾ ਮਨੁੱਖ ਤੇ ਰਾਜ ਕਰਨ ਦੀ ਲਾਲਸਾ, ਹਾਂ, ਇਹ ਪ੍ਰਵੇਲ ਕਰਦੀ ਰਹੀ ਆ ਸਿਆਸਤ ਦੇ ਵਿੱਚ। ਇਹੀ ਪ੍ਰਵੇਲ ਕਰ ਰਹੀ ਹੈ ਹੁਣ ਤੱਕ। ਬਿਲਕੁਲ ਠੀਕ। ਔਰ ਇਹ ਜਿਹੜੀ ਲਾਲਸਾ ਆ, ਇਹ ਤੁਹਾਡੀ ਕ੍ਰੀਏਟ ਕੀਤੀ ਨਹੀਂ ਹੈ, ਨਹੀਂ, ਇਹ ਪਿੱਛੋਂ ਆਈ ਆ, ਜੀਨਸ 'ਚ ਆ ਇਹ। ਪਰ ਇਹਦੇ ਲਈ ਵੀ ਇੱਕ ਸਟੇਜ ਆ, ਜਦੋਂ ਤੁਹਾਡੀ ਫਾਈਨੈਂਸ਼ੀਅਲ ਜਿਹੜੀ ਸਿਚੁਏਸ਼ਨ ਆ ਉਹ ਠੀਕ ਹੋ ਜਾਂਦੀ ਆ, ਮੁੱਢਲੀਆਂ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ, ਫਿਰ ਮਨੁੱਖ ਦੇ ਵਿੱਚ ਉਹ ਲਾਲਸਾ ਜ਼ਿਆਦਾ ਜ਼ੋਰ ਫੜ ਜਾਂਦੀ ਆ ਕਿ ਹੁਣ ਮੈਂ ਮਨੁੱਖਾਂ ਤੇ ਰਾਜ ਕਰ ਸਕਾਂ। ਹਾਂ, ਲਫ਼ਜ਼ ਥੋੜਾ ਜ਼ਿਆਦਾ ਜ਼ੋਰ ਫੜ ਜਾਂਦੀ ਹੈ, ਠੀਕ ਹੈ, ਪਰ ਹੁੰਦੀ ਆ ਪਹਿਲਾਂ ਹੀ। ਪਹਿਲਾਂ ਨਿਆਣਿਆਂ ਤੇ ਹੀ ਚਲਾਉਂਦਾ। ਮੈਂ ਕਹਿੰਦਾ ਤੁਹਾਡਾ ਮੁੰਡਾ ਜਾਂ ਤੁਹਾਡੇ ਮੂਹਰੇ ਬੋਲਣ ਲੱਗ ਪੈਂਦਾ, ਉਦੋਂ ਤੁਸੀਂ ਲੱਗਦੇ ਜਾ ਰਹੇ ਹੁਣ ਮੇਰੀ ਪਾਵਰ ਨੂੰ ਥੋੜ੍ਹਾ ਚੈਲੰਜ ਕਰਦਾ, ਠੀਕ ਹੈ ਨਾ ਜੀ। ਸੋ ਉਹ ਜਿਹੜੀ ਗੱਲ ਹੈਗੀ ਆ, ਤੇ ਉਹ ਚਲੋ ਥੋੜ੍ਹੀ ਹਾਸੇ ਵਾਲੀ ਗੱਲ ਹੈ ਜੀ। ਸਾਡੇ ਪਿੰਡ ਦੀ ਗੱਲ, ਜੱਟ ਦੀ ਗੱਲ। ਸਾਡੇ ਪਿੰਡ ਦੇ ਵਿੱਚ ਇੱਕ ਉਹ ਸਾਡੇ ਪਿੰਡ ਦੇ ਸੀਗੇ ਜੀ, ਨਾਂ ਤਾਂ ਹੁਣ ਲੈਣਾ ਨਹੀਂ, ਕੋਈ ਸਾਡੇ ਪਿੰਡ ਦੇ ਜਾਣਦੇ ਆ ਜੀ। ਅਤੇ ਉਹ ਮੁੰਡਾ ਜ਼ੋਰ ਕਰਨ ਲਾਤਾ, ਮੇਰੇ ਫਾਦਰ ਉਹਨਾਂ ਕੋਲ ਨਹੀਂ ਭੇਜਿਆ ਵੀ ਇਹਨੂੰ ਤਕੜਾ ਕਰ ਦਿਓ ਜਾ ਕੇ ਜੀ। ਤੁਹਾਨੂੰ ਦੱਸੀ ਸੀ ਜ਼ਿਆਦਾ ਕੀ ਗੱਲ, ਉਹ ਤਕੜੀ ਜਾ ਕੇ ਜੀ, ਉਹ ਮੁੰਡਾ ਤਕੜਾ ਹੋ ਗਿਆ। ਅਤੇ ਉਹਦਾ ਬਾਪ ਇੱਕ ਦਿਨ ਆਇਆ ਮੇਰੇ ਫਾਦਰ ਨੂੰ ਆ ਕੇ ਕਹਿੰਦਾ, ਭਲਵਾਨ ਜੀ ਆਪਣੇ ਮੁੰਡੇ ਚਲੋ ਲੈਟ ਅਸ ਜੱਗਾ, ਹੋਰ ਜੱਗਾ। ਭਲਵਾਨ ਜੀ ਹੁਣ ਤਾਂ ਸਾਡਾ ਜੱਗਾ ਵੀ ਜ਼ੋਰ 'ਚ ਲੱਗਦਾ। ਉਹ ਕਹਿੰਦੇ ਅੱਛਾ ਕੋਈ ਕੁਸ਼ਤੀ ਢਾਈ ਹੈ? ਨਹੀਂ ਕੁਸ਼ਤੀ ਤਾਂ ਨਹੀਂ ਢਾਈ। ਉਹ ਕਹਿੰਦੇ ਕੋਈ ਵੇਟ ਬੂਟ? ਨਹੀਂ ਜੀ ਉਹਦਾ ਜ਼ੋਰ 'ਚ ਲੱਗਦਾ। ਉਹ ਕਹਿੰਦੇ ਤੈਨੂੰ ਕਿੱਦਾਂ ਪਤਾ? ਕਹਿੰਦਾ ਹੁਣ ਮੇਰੇ ਵੱਲ ਨੂੰ ਲਾਲ ਜਿਹੀਆਂ ਅੱਖਾਂ ਕੱਢਦਾ। ਇਹ ਨਿਸ਼ਾਨੀ ਹੈ। ਸੋ ਮੇਰੇ ਕਹਿਣ ਤੋਂ ਮਤਲਬ ਇਹ ਪਾਵਰ ਦੀ ਇੱਛਾ ਸਾਰਿਆਂ ਦੇ ਵਿੱਚ ਹੀ ਹੈ। ਔਰ ਉਹ ਜਿਹੜੀ ਦੇਸ਼ ਭਗਤੀ ਜਾਂ ਆਪਣੇ ਧਰਮ ਆ, ਇਹਨੂੰ ਫਿਰ ਜਦ ਉਹਦੀ ਪਾਵਰ ਖੁੱਸਦੀ ਆ,
ਫਿਰ ਦੇਸ਼ ਭਗਤੀ ਦਾ ਇਹ ਗਦਾਰ ਆ ਜੀ, ਜਿਹੜਾ ਮੇਰੇ ਖਿਲਾਫ ਬੋਲਦਾ, ਬਿਲਕੁਲ। ਇਹ ਗਦਾਰ ਆ, ਇਹ ਤਾਂ ਮੇਰੇ ਖਿਲਾਫ ਬੋਲਦਾ ਗਰਦਾਰ, ਉਹਨੂੰ ਇਹ ਗਰਦਾਨ ਦੇਣਾ ਪਏਗਾ। ਹਾਲਾਂਕਿ ਉਹ ਗਦਾਰੀ ਗਦੂਰੀ ਨਹੀਂ ਹੁੰਦੀ। ਦੇਖੋ, ਰਾਜ ਕਰਨ ਵਾਲੇ ਨੇ ਬਾਗੀ ਨੂੰ ਦਬਾਉਣਾ, ਬਸ। ਬਾਗੀ ਚਾਹੇ ਉਹਦੇ ਧਰਮ ਦਾ ਆ, ਚਾਹੇ ਉਹ ਦੂਏ ਧਰਮ ਦਾ ਆ, ਚਾਹੇ ਉਹਦੇ ਦੇਸ਼ ਦਾ, ਜੇ ਉਹਦੇ ਦੇਸ਼ ਦਾ ਵੀ ਬਾਗੀ ਆ ਉਹਨੂੰ ਵੀ ਦਬਾਉਣਾ। ਜੇ ਉਹਦੇ ਨਾਲ ਦੇ ਦੇਸ਼ ਦਾ ਉਹਦਾ ਸਹਿਚਾਰੀ ਆ, ਉਹਨੂੰ ਫਿਰ ਉਹਨਾਂ ਪਿਆਰ ਮੁਹੱਬਤ ਰੱਖਣਾ। ਸੋ ਇਹ ਹਿਸਟਰੀ ਨੂੰ ਸਮਝਣ ਲਈ ਇਹ ਬਹੁਤ ਜ਼ਰੂਰੀ ਆ ਗੱਲ ਜਾ ਕੇ। ਜੇ ਦੇਖੋ ਤਿੰਨ ਸਾਹਿਬ, ਹੁਣ ਵੀ ਜੇ ਕੋਈ ਰੂਲਰ ਜਿਹੜਾ ਲੋਕਾਂ ਨੂੰ ਚੰਗੀਆਂ ਸਹੂਲਤਾਂ ਦਿੰਦਾ ਵੀ ਆ, ਉਹ ਇਸ ਕਰਕੇ ਨਹੀਂ ਦਿੰਦਾ ਹੈ ਵੀ ਉਹਦੇ ਵਿੱਚ ਬਹੁਤ ਦੁੱਖ ਦਾ ਦਰਦ ਪੈਦਾ ਹੋਇਆ ਆ। ਉਹ ਤਾਂ ਦਿੰਦਾ ਵੀ ਮੈਨੂੰ ਵੋਟਾਂ ਜ਼ਿਆਦਾ ਪਾਉਗੇ, ਫਿਰ ਜੇ ਮੈਂ ਇਹਨਾਂ ਨੂੰ ਚੰਗਿਆ ਫਿਰ ਮੈਂ ਦੱਸੂਗਾ ਵੀ ਦੇਖੋ ਮੈਂ ਤੁਹਾਡਾ ਆਹ ਕੀਤਾ ਸੀਗਾ, ਇੱਕ ਟਰਮ ਹੋਰ ਲਾਉਂਗਾ, ਮੈਂ ਇੱਕ ਟਰਮ ਹੋਰ ਲਾਉਂਗਾ। ਸੋ ਇਹ ਪਾਵਰ ਦੀ ਜਿਹੜੀ ਹੈਗੀ ਆ, ਆਪਣੇ ਭੁੱਖ ਆ, ਇਹ ਪਾਵਰ ਦੀ ਭੁੱਖ ਨੇ ਹੀ ਸਾਰੀ ਹਿਸਟਰੀ ਨੂੰ ਘੁਮਾਇਆ। ਇਹ ਸਮਝਣ ਦੀ ਲੋੜ ਹੈ। ਪਰ ਸਭ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ? ਤਿੰਨ ਸਭ ਦੇਖੋ, ਇੱਕ ਮੈਂ ਗੱਲ ਇਹ ਕਰਾਂ ਵੀ ਜਿਸ ਵੇਲੇ ਜਿਹੜਾ ਸਿਸਟਮ ਬਦਲਦਾ, ਉਹ ਇੱਦਾਂ ਨਹੀਂ ਬਦਲਦਾ ਵੀ 1 ਸਾਲ 'ਚ ਬਦਲ ਗਿਆ ਜਾਂ 2 ਸਾਲਾਂ 'ਚ ਬਦਲ ਗਿਆ। ਹੁਣ ਜਿਸ ਵੇਲੇ ਅਸੀਂ ਦੇਖਦੇ ਹਾਂ ਸਲੇਵਰੀ ਤੋਂ, ਗੁਲਾਮੀ ਦੇ ਯੁੱਗ ਤੋਂ ਜਗੀਰਦਾਰੀ ਯੁੱਗ ਦੇ ਵਿੱਚ ਆਇਆ, ਇਹਨੂੰ ਹਜ਼ਾਰਾਂ ਸਾਲ ਲੱਗੇ। ਔਰ ਜੇ ਤੁਸੀਂ ਦੇਖਿਆ ਵੀ ਜਾਵੇ, ਹੁਣ ਸਪਾਰਟੇਕਸ ਦੀ ਆਪਾਂ ਇੱਕ ਵਾਰ ਗੱਲ ਕੀਤੀ ਸੀ, ਸਪਾਰਟੇਕਸ ਨੂੰ ਜਦ ਸ਼ਹੀਦ ਕੀਤਾ ਗਿਆ, ਉਹ ਮੇਰਾ 71-75 BC ਦੇ ਵਿੱਚ ਸ਼ਹੀਦ ਕੀਤਾ। ਉਹ ਸਪਾਰਟੇਕਸ ਉਹ ਬੰਦਾ ਸੀ ਜਿਹਨੇ ਇਹ ਸਟਰਗਲ ਸ਼ੁਰੂ ਕੀਤੀ ਸੀ ਵੀ ਗੁਲਾਮੀ ਖਤਮ ਹੋਣੀ ਚਾਹੀਦੀ ਹੈ। ਬੰਦਾ ਬਹਾਦਰ ਉਹ ਬੰਦਾ ਆ ਜਿਹਨੇ ਉਹ ਸਟਰਗਲ ਸ਼ੁਰੂ ਕੀਤੀ ਵੀ ਜਗੀਰਦਾਰੀ ਖਤਮ ਹੋਣੀ ਚਾਹੀਦੀ ਹੈ। ਇੱਕ ਸਿਸਟਮ ਤੋਂ ਉਨਾ ਟਾਈਮ ਲੱਗ ਗਿਆ, 1781-82 ਸਾਲ ਲੱਗੇ ਇਸ ਗੱਲ ਨੂੰ ਜਾ ਕੇ, ਸਪਾਰਟੇਕਸ ਤੋਂ ਬੰਦਾ ਬਹਾਦਰ ਤੱਕ, ਕਿਉਂਕਿ ਉਹਨੀ ਗੁਲਾਮੀ ਦੇ ਖਿਲਾਫ ਲੜਾਈ ਸ਼ਹੀਦੀ ਪਾਈ। ਬੰਦਾ ਬਹਾਦਰ ਨੇ ਜਿਹੜਾ ਹੈਗਾ ਜਗੀਰਦਾਰੀ ਸਿਸਟਮ, ਹੁਣ ਜਗੀਰਦਾਰੀ ਸਿਸਟਮ ਖਤਮ ਨਹੀਂ ਹੋਇਆ ਹੈ, ਪਰ ਉਹਦਾ ਆਗਾਜ਼ ਹੋ ਗਿਆ ਜੀ। ਸਪਾਰਟੇਕਸ ਦੇ ਵੇਲੇ ਵੀ ਉਹ ਖਤਮ ਨਹੀਂ ਸੀ ਹੋਈ ਹੈ ਸਲੇਵਰੀ ਜੀ, ਪਰ ਉਹ ਸ਼ੁਰੂਆਤ ਕਰ ਦਿੱਤੀ ਸੀ ਉਹਨੂੰ ਜਾ ਕੇ। ਹੁਣ ਜਗੀਰਦਾਰੀ ਖਤਮ ਹੋਣ ਦੀ ਸ਼ੁਰੂਆਤ ਹੋਈ ਆ, ਹੋ ਗਈ, ਲੜਦੀ ਅਜੇ ਤੱਕ ਵੀ ਲੜਾਈ ਜਾਰੀ ਆ, ਪਰ ਹੁਣ ਜਿੱਦਾਂ ਕਹਿ ਲਓ ਲਾਸਟ ਲੈਗ ਤੇ ਆ ਹੋ ਜਾ ਕੇ। ਉਹਦੇ ਸਰਮਾਇਦਾਰੀ ਨੇ ਉਹਨੂੰ ਘੇਰ ਲਿਆ, ਜਗੀਰਦਾਰੀ ਦਾ ਰੰਗ ਰੂਪ ਹੀ ਬਦਲ ਗਿਆ, ਰੰਗ ਰੂਪੇ ਬਦਲ ਗਿਆ। ਹੁਣ ਇੱਕ ਸਿਸਟਮ ਹੀ ਹੋਰ ਹੋ ਗਿਆ। ਜਗੀਰਦਾਰੀ ਤੋਂ ਅਗਲਾ ਸਟੈਪ ਸਰਮਾਇਦਾਰੀ ਆਉਂਦਾ, ਜਿਹੜਾ ਕਿ ਆ ਰਿਹਾ। ਨਹੀਂ ਪਰ ਸਰ ਤੁਸੀਂ ਇੱਕ ਵਿੱਚ ਮਿਸ ਕਰ ਗਏ, ਕਿਉਂਕਿ ਜਿਹੜੇ ਮਜ਼ਾਰੇ ਬਣ ਗਏ ਸੀ ਜ਼ਮੀਨਾਂ ਦੇ ਮਾਲਕ, ਹੁਣ ਉਹ ਜਗੀਰਦਾਰ ਟਾਈਪ ਬੰਦੇ ਬਣ ਰਹੇ। ਬੜੇ ਜ਼ਿਮੀਂਦਾਰ ਵੀ ਕਈ ਬਣ ਗਏ ਉਹਨਾਂ ਵਿੱਚੋਂ, ਬੜੇ ਜ਼ਿਮੀਂਦਾਰ ਬਣ ਗਏ। ਔਰ ਜ਼ਮੀਨ ਵੀ ਹੁਣ ਜਿਹੜੀ ਹੈ ਇਹ ਜਿੱਦਾਂ ਕਹਿ ਲਓ ਆਟੋਮੇਸ਼ਨ ਹੋਈ ਜਾਂਦੀ ਹੈ, ਇਹ ਦੇ ਕੇ ਐਨੀਵੇ ਹੁਣ ਉਹਦੇ ਵਿੱਚ ਮੈਂ ਇਹ ਮੈਨੂੰ ਫਿਰ ਉਹ ਕਈ ਵਾਰ ਆਪਾਂ ਇਹ ਕੀਤਾ, ਮੈਂ ਐਂਡ ਦੇ ਵਿੱਚ ਜੋ ਮੈਂ ਕਹਿਣਾ ਚਾਹੁੰਦਾ ਵੀ ਉਹ ਜਿਹੜਾ ਫੈਜ਼ ਸਾਹਿਬ ਦਾ ਸ਼ੇਰ ਹੈ ਵੀ ਯੂੰ ਹੀ ਹਮੇਸ਼ਾ ਉਲਝਤੀ ਰਹੀ ਹੈ ਜ਼ੁਲਮ ਸੇ ਖਲਕ, ਨਾ ਉਨਕੀ ਰਸਮ ਨਹੀਂ ਹੈ ਨਾ ਆਪਣੀ ਰੀਤ ਨਹੀਂ। ਕਿਆ ਬਾਤ। ਅਗਲਾ ਉਹਨਾਂ ਦਾ ਹੈਗਾ, यूं ही खिलाए हैं हमने आग में फूल, ना उनकी हार नहीं है ना अपनी जीत नहीं। क्या बात। जितना ही जितना कहते हो तो ਅਸੀਂ ਜਿਹੜੇ ਹੈਗੇ ਇਹ ਸੰਘਰਸ਼ ਕਰਦੇ ਲੋਕ ਆ, ਇਨੀ ਤਾਂ ਜਿਤਨਾ ਹੀ ਜਿਤਨਾ। ਔਰ ਫਿਰ ਐਂਡ ਵਿੱਚ ਮੈਂ ਫਿਰ ਉਹ ਕਰਦਾ, ਉਨੀ ਤਾਂ ਇਹ ਕਿ ਅਗਰ ਬਾਜ਼ੀ ਸਿੱਕੀ ਬਾਜ਼ੀ है, पर मैं ये लाजमा जाके जी गर हक व इंसाफ की बाजी है, जो चाहो लगा दो डर कैसा, जब जीत गए तो क्या कहना, हारे भी तो बाजी मात नहीं। क्या बात है साहब। ਸੰਘਰਸ਼ ਜਿਹੜੇ ਲੋਕ ਕਰਦੇ ਆ ਉਹਨਾਂ ਨੂੰ ਕਰਦੇ ਰਹਿਣ ਆਖਰ ਜਗ੍ਹਾ, ਫਿਰ ਕਿਉਂਕਿ ਕੁਛ ਤਾਂ ਨਿਕਲਦਾ ਹੀ ਇਹਨਾਂ ਵਿੱਚ। ਸੈਕਰੀਫਾਈਸ ਇਜ਼ ਨੈਵਰ ਫਰੂਟਲੈਸ। ਮਜ਼ਾਨੀ ਨੇ ਇਹ ਗੱਲ ਕਹੀ ਸੀ ਇਟਲੀ ਦੇ ਰਿਪਬਲਿਕਨ ਨੇ, ਸੈਕਰੀਫਾਈਸ ਇਜ਼ ਨੈਵਰ ਫਰੂਟਲੈਸ। ਹੁਣ ਜਿਹੜੀ ਵੀ ਸਟਰਗਲ ਕਰਦੀ ਹੈ ਉਹ ਸਟਰਗਲ ਚੋਂ ਕੁਛ ਨਾ ਕੁਛ ਜ਼ਰੂਰ ਨਿਕਲਣਾ। ਤੁਹਾਡੀ ਕੰਪਲੀਟ ਵਿਕਟਰੀ ਨਾ ਨਿਕਲੂਗੀ, ਪਰ ਤੁਸੀਂ ਜਿੱਦਾਂ ਕਹਿ ਲਓ ਵਧੀਆ ਇਨਸਾਨ ਹੀ ਬਣ। ਉਹ ਆ ਵੀ ਜੇ ਕੁਛ ਨਹੀਂ ਕਰ ਸਕੇ ਤਾਂ ਅਸੀਂ ਜਿਹੜੇ ਹੈਗੇ ਆ ਉਹ ਫਾਸਲਾ ਤਾਂ ਕੁਛ ਕੰਮ ਕਰ ਹੀ ਸਕੇ ਆ। ਉਹ ਗਾਹਾਂ ਦੇ ਲੋਕਾਂ ਦੇ ਲਈ ਲੜਾਈ ਦੇ ਜਿਹੜਾ ਫਾਸਲਾ ਉਹ ਤਾਂ ਕੀਤਾ ਹੀ ਆ। ਸੋ ਸਟਰਗਲ ਤਾਂ ਵਿੱਚੋਂ ਕੁਛ ਨਾ ਕੁਛ ਨਿਕਲਦਾ ਹੀ ਆ। ਉਹਦੇ ਵਿੱਚ ਮੈਂ ਕਹਿੰਦਾ ਕਿਸਾਨੀ ਸਟਰਗਲ ਦੇ ਵਿੱਚ, ਇਤਿਹਾਸ ਦੇ ਵਿੱਚ, ਪੰਜਾਬ ਦੇ ਵਿੱਚ ਸਭ ਤੋਂ ਵੱਧ ਵੱਡਾ ਰੋਲ ਜਿਹੜਾ ਹੈਗਾ ਆ ਉਹ ਗੁਰੂ ਸਾਹਿਬ ਨੇ ਆ, ਜਿਹਨੇ ਇਹ ਫਲਸਫਾ ਦਿੱਤਾ, ਔਰ ਬੰਦੇ ਬਹਾਦਰ ਦਾ ਆ ਜਿਹਨੇ ਇੰਪਲੀਮੈਂਟ ਕੀਤਾ। So thank you. Thank you.